ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ YouTube ਚੈਨਲ ਅਕਾਲ ਆਡੀਓ ਬੁੱਕਸ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ। ਅੱਜ ਕਰਾਂਗੇ 12ਵੇਂ ਅਧਿਆਏ ਦੀ ਸ਼ੁਰੂਆਤ, ਜਿਸ ਦਾ ਨਾਮ ਹੈ ਕਿੱਸਾ ਰੂਪ ਕੌਰ ਦਾ। ਪਿਛਲੇ ਅਧਿਆਏ ਨਵਾਂ ਤਖਤ ਵਿੱਚ ਲੇਖਕ ਨੇ ਨਵੇਂ ਤਖਤ ਦੀ ਮੰਗ ਕਿਉਂ ਉਠੀ, ਇਸ ਪਿੱਛੇ ਕੀ ਵਜ੍ਹਾ ਸੀ, ਉਸ ਸੰਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ ਸੀ। ਆਓ ਹੁਣ ਕਰਦੇ ਹਾਂ 12ਵੇਂ ਅਧਿਆਏ ਦੀ ਸ਼ੁਰੂਆਤ, ਕਿੱਸਾ ਰੂਪ ਕੌਰ ਦਾ। ਗੁਰਮਤਿ ਪ੍ਰਕਾਸ਼ ਦੇ ਫਰਵਰੀ 1959 ਅੰਕ ਵਿੱਚ ਸਰਦਾਰ ਰਾਮ ਪ੍ਰਕਾਸ਼ ਸਿੰਘ ME LLB ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ ਦਾ ਇੱਕ ਲੇਖ ਚਾਨਣ ਮੁਨਾਰਾ ਦੇ ਸਿਰਨਾਵੇ ਹੇਠ ਛਪਿਆ ਹੈ, ਜਿਸ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਂਪੁਰਖ ਚਾਨਣ ਮੁਨਾਰੇ ਦੀ ਨਿਆਈ ਸਿੱਧ ਕਰਨ ਹੇਠ ਲਿਖਿਆ ਹੈ। ਭਰ ਜਵਾਨੀ ਵਿੱਚ ਇੱਕ ਸੁਨੱਖੀ ਤੇ ਮਾਲਦਾਰ ਮੁਟਿਆਰ ਆਪ ਤੇ ਆਸ਼ਿਕ ਹੋ ਜਾਂਦੀ ਹੈ। ਆਪ ਨੂੰ ਘਰ ਬੁਲਾ ਕੇ ਆਪਣੀ ਜਵਾਨੀ, ਆਪਣੇ ਹੁਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੂਰਾ ਯਤਨ ਕਰਦੀ ਹੈ, ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇੱਕ ਹੋਰ ਬੜਾ ਖਤਰਨਾਕ ਤੀਰ ਛੱਡਦੀ ਹੈ। ਆਪ ਜੀ ਨੂੰ ਸੰਬੋਧਨ ਕਰਕੇ ਆਖਦੀ ਹੈ, ਤੁਸੀਂ ਮੇਰੀ ਜਵਾਨੀ ਤੋਂ ਮੇਰੇ ਹੁਸਨ ਦਾ ਅਪਮਾਨ ਕਰ ਰਹੇ ਹੋ। ਇੱਕ ਮੁਟਿਆਰ ਹੋਰ ਸਭ ਕੁਝ ਜਰ ਸਕਦੀ ਹੈ, ਪਰ ਹੁਸਨ ਤੇ ਜਵਾਨੀ ਦਾ ਅਪਮਾਨ ਉਸ ਤੋਂ ਜਰਿਆ ਨਹੀਂ ਜਾਂਦਾ। ਤੁਸੀਂ ਜਾਣਦੇ ਹੋਵੋਗੇ ਕਿ ਇਸੇ ਹੀ ਅਪਮਾਨ ਦਾ ਬਦਲਾ ਲੈਣ ਲਈ ਲੂਣਾ ਨੇ ਪੂਰਨ ਭਗਤ ਦਾ ਕੀ ਹਾਲ ਕੀਤਾ ਸੀ। ਲੂਣਾ ਦੀ ਰੂਹ ਇਸ ਵੇਲੇ ਮੇਰੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਮੈਂ ਹੁਣੇ ਹੀ ਰੌਲਾ ਪਾਉਣ ਲੱਗੀ ਹਾਂ। ਮੈਂ ਚੀਕਾ ਮਾਰਾਂਗੀ ਤੇ ਕਹਾਂਗੀ ਕਿ ਇਸ ਗੁਰੂ ਨੇ ਮੈਨੂੰ ਇਕੱਲਿਆ ਵੇਖ ਕੇ ਮੇਰੀ ਇੱਜ਼ਤ ਤੇ ਹੱਥ ਪਾਉਣ ਦਾ ਯਤਨ ਕੀਤਾ ਹੈ। ਜੇ ਭਲੀ ਚਾਹੁੰਦੇ ਹੋ ਤਾਂ ਸਮਝੋ ਤੇ ਹੱਠ ਨਾ ਕਰੋ। ਆਪਣੀ ਇੱਜ਼ਤ ਬਚਾਓ ਤੇ ਮੈਨੂੰ ਤਪਦੀ ਨੂੰ ਠਾਰੋ। ਪਰ ਸਤਿਗੁਰੂ ਘਬਰਾਏ ਨਹੀਂ, ਬੋਲੇ, ਸਾਧੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ। ਹੁਣ ਮੈਂ ਜਾਂਦਾ ਹਾਂ। ਇਸ ਤਰ੍ਹਾਂ ਦਸਮ ਪਿਤਾ ਉਸਦੇ ਜਾਲ ਵਿੱਚੋਂ ਅਡੋਲ ਹੀ ਨਿਕਲ ਗਏ। ਲੇਖਕ ਡਬਲ ਗ੍ਰੈਜੂਏਟ ਸਿੱਖ ਵਿਦਵਾਨ ਹੈ, ਕਾਨੂੰਨ ਤੇ ਨਿਆਂ ਦਾ ਸਨਾਤਕ ਹੈ ਤੇ ਇਉਂ ਉਕਤੀ ਯੁਕਤੀ ਪ੍ਰਤੱਖ ਪ੍ਰਮਾਣ ਉਪਮਾ ਸ਼ਬਦ ਆਦਿ ਦੇ ਭੇਦ ਸਮਝਦਾ ਹੈ। ਖਾਲਸਾ ਕਾਲਜ ਦਾ ਪ੍ਰੋਫੈਸਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਤੇ ਚਰਿੱਤਰ ਲਕਸ਼ ਤੋਂ ਅਣਜਾਣ ਨਹੀਂ ਕਿਹਾ ਜਾ ਸਕਦਾ, ਅਤੇ ਇਸ ਵਿਸ਼ੇ ਉੱਤੇ ਜੋ ਸੰਬੰਧਿਤ ਸਾਹਿਤ ਮੌਜੂਦ ਹੈ ਉਸ ਤੋਂ ਵੀ ਲੇਖਕ ਅਗਿਆਤ ਨਹੀਂ ਮੰਨਿਆ ਜਾ ਸਕਦਾ। ਫਿਰ ਇਹ ਲੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਜੀ ਪ੍ਰਮਾਣਿਕ ਰਸਾਲੇ ਵਿੱਚ ਛਪਿਆ ਹੈ, ਜਿਸ ਦੀਆਂ ਲਿਖਤਾਂ ਨੂੰ ਕਿ ਸਿੱਖ ਤੇ ਅਨਮਤ ਦੇ ਪੈਰੋਕਾਰ ਸਨਦ ਦੇ ਤੌਰ ਉੱਤੇ ਅਪਣਾ ਸਕਦੇ ਹਨ। ਕੀ ਸਮਝ ਕੇ ਵਿਦਵਾਨ ਲੇਖਕ ਨੇ ਇਸ ਕਹਾਣੀ ਨੂੰ, ਜਿਹੜੀ ਕਿ ਲੋਕ ਵਾਰਤਾ ਤੇ ਲੋਕ ਸਾਹਿਤ ਤੋਂ ਉਚੇਰਾ ਕੋਈ ਵਾਸਤਵਿਕ ਦਰਜਾ ਨਹੀਂ ਰੱਖਦੀ, ਇੱਕ ਇਤਿਹਾਸਿਕ ਘਟਨਾ ਸਵੀਕਾਰ ਕਰ ਲਿਆ। ਬਸੋਖਤ ਅਕਲ ਜੋ ਹੈਰਤ ਕਹਿ ਇਨ ਚੀਹ ਬੁਲ ਅਜ਼ ਥੀਅਸ। ਇਹ ਰੂਪ ਕੌਰ ਸੁਨੱਖੀ ਤੇ ਮਾਲਦਾਰ ਮੁਟਿਆਰ ਦੀ ਲੋਕ ਵਾਰਤਾ ਦਸਮ ਗ੍ਰੰਥ ਸੰਹਿਤਾ ਦੇ ਉਸ ਅਧਿਆਏ ਵਿੱਚ ਦਰਜ ਹੈ, ਜਿਸ ਨੂੰ ਕਿ ਤ੍ਰਿਆ ਚਰਿੱਤਰ ਆਖਿਆ ਜਾਂਦਾ ਹੈ। ਅਠ ਪਖਿਆਨ ਚਰਿੱਤਰ ਲਿਖਜਤੇ ਤੋਂ ਇਹ ਅਧਿਆਏ ਆਰੰਭ ਹੁੰਦਾ ਹੈ। ਉਪਾਖਿਆਨ ਸੰਸਕ੍ਰਿਤ ਸ਼ਬਦ ਦੇ ਅਰਥ ਕੋਸ਼ਾਂ ਵਿੱਚ ਵਾਰਤਾ ਵਰਤ ਦਿੱਤੇ ਹਨ, ਜਿਸ ਦੇ ਮਾਇਨੇ ਹਨ ਲੌਕਿਕ ਕਹਾਣੀ, ਇਤਿਹਾਸ, ਵਾਸਤਵਿਕ ਸੱਚੀ ਮੁੱਚੀ ਵਾਪਰੀ ਹੋਈ ਘਟਨਾ, ਸਾਹਿਤ, ਹਿਤਕਾਰ ਵਿਚਾਰਾ ਕਰਕੇ ਮਨੋਕਲਪਿਤ ਕੀਤੀ ਤੇ ਕਥੀ ਹੋਈ ਵਾਰਤਾ। ਆਦਿ ਸਮਿਆਂ ਤੋਂ ਸਾਡੇ ਦੇਸ਼ ਦੀ ਪਰੰਪਰਾ ਵਿੱਚ ਕਥਾ ਕਥਨੀ ਨੂੰ ਦੋਹਾਂ ਭਾਗਾਂ ਵਿੱਚ ਵੰਡਿਆ ਹੋਇਆ ਹੈ, ਪ੍ਰਭੂ ਸੰਹਿਤਾ ਤੇ ਸੁਹਿਰਦ ਸੰਹਿਤਾ। ਵੇਦ ਪ੍ਰਭੂ ਸੰਹਿਤਾ ਹਨ ਤੇ ਪੁਰਾਣ ਪੂਰਵਤਰ ਬੀਤ ਚੁੱਕੀਆਂ ਕਥਾ ਕਹਾਣੀਆਂ ਸੁਹਿਰਦ ਸੰਹਿਤਾ ਹਨ। ਵੇਦ ਉਹ ਹਨ ਜਿਨ੍ਹਾਂ ਦਾ ਵਿਸ਼ਾ ਵਸਤੂ ਤਿੰਨ ਕਾਲ ਸੱਤਿਆ ਹੈ ਤੇ ਇਸ ਲਈ ਵੇਦ ਵਿਚਾਰ ਪ੍ਰਭੂ ਆਗਿਆ ਦਾ ਦਰਜਾ ਰੱਖਦੇ ਹਨ। ਸੁਹਿਰਦ ਸੰਹਿਤਾ ਦਾ ਵਿਸ਼ਾ ਵਸਤੂ ਵਾਸਤਵਿਕ ਸੱਤਿਆ ਨਹੀਂ ਹੈ, ਇਸ ਲਈ ਉਹ ਮਿੱਤਰ
ਦੋਸਤ ਦੇ ਨੇਕ ਸਲਾਹ ਮਸ਼ਵਰੇ ਦੇ ਤੁਲ ਹੈ, ਜਿਸ ਨੂੰ ਸੁਣਨ ਵਿਚਾਰਨ ਨਾਲ ਲਾਭ ਪ੍ਰਾਪਤ ਹੁੰਦਾ ਹੈ। ਸਾਡੇ ਪੁਰਾਤਨ ਗ੍ਰੰਥਾਂ ਵਿੱਚ ਚਤੁਰਸ੍ਰੈ ਵਿਦਿਆ 4 ਬ੍ਰਾਂਚਿਸ ਆਫ ਨੌਲੇਜ ਦਾ ਵਰਣਨ ਹੈ। ਪਹਿਲਾ ਆਨਵਿਕਸ਼ਕੀ, ਲੌਜਿਕ, ਮੈਟਾਫਿਜ਼ਿਕਸ ਐਕਸੈਟਰਾ। ਦੂਜਾ three वेदास। तीसरा वार्ता, सेकुलर आर्ट्स एंड फिक्शन। ਅਤੇ ਚੌਥਾ ਦੰਡ ਨੀਤੀ, ਪੋਲਿਟਿਕਸ, ਸਟੇਟਕ੍ਰਾਫਟ ਐਕਸੈਟਰਾ। ਤੇ ਉਪਾਖਿਆਨ ਵਾਰਤਾ ਹੈ। ਇਹ ਦਸਮ ਗ੍ਰੰਥ ਵਿੱਚ ਤ੍ਰਿਆ ਚਰਿੱਤਰ ਦੇ ਆਰੰਭ ਵਿੱਚ ਹੀ ਇਸ ਸਾਰੇ ਅਧਿਆਇ ਨੂੰ, ਜਿਸ ਵਿੱਚ ਕਿ ਪ੍ਰੋਫੈਸਰ ਰਾਮ ਪ੍ਰਕਾਸ਼ ਜੀ ਵਾਲੀ ਰੂਪ ਕੌਰ ਦੀ ਵਾਰਤਾ ਦਰਜ ਹੈ, ਗੁਰੂ ਸਾਹਿਬ ਨੇ ਆਪ ਹੀ ਪਖਿਆਨ ਚਰਿੱਤਰ ਲਿਖੇ ਅਤੇ ਕਹਿ ਕੇ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਰੂਪ ਕੌਰ ਦੀ ਕਥਾ ਇੱਕ ਮਨੋਕਲਪਿਤ ਕਹਾਣੀ ਕਿੱਸਾ ਹੈ, ਸੁਹਿਰਦ ਸੰਹਿਤਾ ਹੈ, ਜੋ ਕਿ ਮਨੋਵਿਲਾਸ ਲਈ ਤੇ ਹਿਤੋਪਦੇਸ਼ ਨਸੀਹਤ ਦੇਣ ਲਈ ਕਹੀ ਅਤੇ ਕਥਨੀ ਗਈ ਹੈ। ਇਉਂ ਦਸਮ ਗ੍ਰੰਥ ਵਿੱਚ ਪਾਤਸ਼ਾਹ ਨੇ ਤ੍ਰਿਆ ਚਰਿੱਤਰ ਦੇ ਅੰਤ ਵਿੱਚ ਸਮਾਪਤ ਭਾਗ ਰਹੀ ਆਪ ਕਿਹਾ ਹੈ, ਸੁਨੇ ਗੁੰਗ ਜੋ ਯਹ ਸੁਰਸਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਪਖਿਆਨ ਚਰਿੱਤਰ ਅਥਵਾ ਤ੍ਰਿਆ ਚਰਿੱਤਰ ਨਾਮੀ ਅਧਿਆਇ ਵਿੱਚ ਪਹਿਲਾ ਚਰਿੱਤਰ ਜਾਂ ਵਾਰਤਾ ਇਸਤਰੀ ਦੇ ਵਿਰਾਟ ਰੂਪ ਮੈਟਾਫਿਜ਼ੀਕਲ ਰਿਐਲਿਟੀ ਦੀ ਹੈ ਅਤੇ ਇਸ ਦੇ ਆਰੰਭ ਵਿੱਚ ਹੀ ਇਸਤਰੀ ਅਤੇ ਅਕਾਲ ਪੁਰਖ ਨੂੰ ਭੇਦ ਕਰਕੇ ਦਰਸਾਇਆ ਗਿਆ ਹੈ। ਤੂੰ ਹੀ ਖੜਗ ਧਾਰਾ, ਤੂੰ ਹੀ ਬਾਦਵਾਹੀ, ਤੂੰ ਹੀ ਤੀਰ ਤਰਵਾਰ ਕਾਂਤੀ ਕਟਾਰੀ, ਤੂੰ ਹੀ ਬਿਜ਼ਨ, ਤੂੰ ब्रह्म, तू रुद्र राजा, तू ही विश्व माता, तू ही दुर्ग हिंदू जगत में बनाए, तू ही पंथ है अवतरे सृष्टि माही। सब तो पहला चरित्र गुरु ने उस त्रिया का वर्णन किया है जो अकाल पुरख सर्वाधार पार ब्रह्म सृष्टि का करता है। अते फिर तू ही जोग माया, तू ही बागबानी। ਸਰਵ ਵਿਸ਼ਵ ਤੇ ਜੀਵ ਵਿੱਚ ਚੇਤਨ ਸਤਾ ਰੂਪ ਵੀ ਹੈ, ਜਿਸ ਸੱਤਾ ਦੀ ਪ੍ਰਤਿਭਾ ਦੇ ਆਸਰੇ ਕਵੀ, ਲਿਖਾਰੀ ਤੇ ਬੁੱਧੀਵਾਨ ਸਾਹਿਤਕ ਰਚਨਾ ਕਰਦੇ ਹਨ। ਤਾਰਨ ਲੋਕ ਉਦਾਹਰਨ ਭੂਮੀ, दैत संघारन चंड तू ही है, कारण ईस कला कमला हरी, अदरुस्ता जय देखे ओही है, तमस्ता ममता दमनता, कविता काव के मन मद गूही है। चंडी चरित उक्त बिलास पन्ना 74। ਇਹੋ ਅਨਾਦਿ ਤਿੰਨ ਕਾਲ ਸਤਿ ਸ਼ਕਤੀ ਇਸਤਰੀ ਦਾ ਦਿਵ ਅਤੇ ਸਨਾਤਮ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ ਅਤੇ ਇਸੇ ਸ਼ਕਤੀ ਦਾ ਕਿਰਦਾਰ ਤ੍ਰਿਆ ਚਰਿੱਤਰ ਉਪਾਖਿਆਨ ਦੇ ਪਹਿਲੇ ਚਰਿੱਤਰ ਦਸਮ ਗ੍ਰੰਥ ਵਿੱਚ ਵਰਣਨ ਹੋਇਆ ਹੈ, ਜਿਸ ਵਿੱਚ ਕਿ ਦੈਂਤ ਸਿਗਾਰਨ ਚੰਡ ਦੀ ਵਾਰਤਾ ਕਹੀ ਹੈ। ਮਨੁੱਖ ਦੇ ਅੰਤਰ ਆਤਮੇ ਪ੍ਰੋਖ ਸਥਿਤ ਉਹ ਈਸ਼ਵਰੀ ਸ਼ਕਤੀ ਹੈ ਜਿਸ ਦੁਆਰਾ ਜੀਵ ਬਦੀ ਅਤੇ ਅਧਰਮ ਉਤੇ ਫਤਿਹ ਪਾਉਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਵਾਕ ਦਾ ਆਸ਼ਾ ਵੀ ਇਹੋ ਹੈ। ਇਹੋ ਆਰੰਭ ਦਸਮ ਗ੍ਰੰਥ ਦੀ ਉਸ ਰਚਨਾ ਦਾ ਹੁੰਦਾ ਹੈ ਜੋ ਕਿ ਸਾਰੇ ਗ੍ਰੰਥ ਦਾ ਲਗਭਗ ਅਰਧ ਭਾਗ ਹੈ ਤੇ ਕਥਾ ਇਉਂ ਤੁਰਦੀ ਹੈ। ਪ੍ਰਥਮ ਅਧਿਆਇ ਸ੍ਰੀ ਭਗਵਤੀ ਬਰਨੋ ਤ੍ਰਿਆ ਪ੍ਰਸੰਗ, ਮੋਹ ਘਟ ਮੈਂ ਤੁਮ ਹੈ ਨਦੀ ਉਪਜੈ ਪਾਕ ਤਰੰਗ। ਇੱਥੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ ਉਹ ਵਾਸਤਵਿਕ ਇਤਿਹਾਸ ਨਹੀਂ, ਮਨ ਰੂਪੀ ਨਦੀ ਵਿੱਚ ਉਪਜੇ ਹੋਏ ਬਾਕ ਤਰੰਗ ਹਨ। ਹੁਣ ਤ੍ਰਿਆ ਚਰਿੱਤਰ ਆਰੰਭ ਕਰਦੇ ਹਨ। ਚਤੁਰਵਤੀ ਨਗਰੀ ਵਿਖੇ ਚਿੱਤਰ ਸਿੰਘ ਨਿਰਪ ਏਕ, ताको रूप अनूप अत जो विद्धि तरयो सुधार, एक अप्सरा इंद्र के जात सिंगार बनाए, निरख राय अटकट पाई, बरी राय सुख पाए, मन दुडम्ब टोल बजाए, बहुत बरस संग अप्सरा भूपति मानो भोग, बोहर अप्सरा इंद्र के जात भाई ਉੜ ਲੋਕ। ਚਿੱਤਰਵਤੀ ਨਗਰ ਦੇ ਵਿੱਚ ਚਿੱਤਰ ਸਿੰਘ ਨਾਮੀ ਇੱਕ ਅਨੂਪਮ ਸੁੰਦਰ ਰਾਜਾ ਸੀ।
ਜਿਸ ਉਤੇ ਇੱਕ ਅਪਸਰਾ ਮੋਹਿਤ ਹੋ ਗਈ ਤੇ ਕਈ ਵਰੇ ਉਸ ਦੀ ਵੋਟੀ ਬਣ ਕੇ ਰਾਜੇ ਨਾਲ ਰਹੀ। ਇੱਕ ਪੁੱਤਰ ਵੀ ਜਨਮਿਆ ਇਸ ਸੰਯੋਗ ਵਿੱਚੋਂ। ਪਰ ਫਿਰ ਅਪਸਰਾ ਆਪਣੇ ਮਨੁਸ਼ ਪ੍ਰੇਮੀ ਨੂੰ ਛੱਡ ਕੇ ਆਪਣੇ ਅਸਲੀ ਘਰ ਇੰਦਰਲੋਕ ਨੂੰ ਚਲੀ ਗਈ। ਇਹ ਕਹਾਣੀ ਸੰਸਾਰ ਭਰ ਦੇ ਗ੍ਰੰਥ ਸਾਹਿਤ ਦੀ ਪਹਿਲੀ ਕਹਾਣੀ ਹੈ ਤੇ ਰਿਗਵੇਦ 1095 ਵਿੱਚ ਉਰਵਸ਼ੀ ਅਤੇ ਪੁਰੂਰਵਾ ਦੇ ਨਾਮਾਂ ਨਾਲ ਅੰਕਿਤ ਕੀਤੀ ਹੋਈ ਹੈ। ਰਿਗਵੇਦ ਦੇ 10ਵੇਂ ਮੰਡਲ ਵਿੱਚ ਅੰਕਿਤ ਵਾਕ ਯੋਵਾਕ ਦੇ ਅਨੁਸਾਰ ਜਦੋਂ ਪੁਰੂਰਵਾ ਉਰਵਸ਼ੀ ਦੀ ਜੁਦਾਈ ਵਿੱਚ ਅਤੀ ਬਹਿਬਲ ਹੋ ਜਾਂਦਾ ਹੈ ਅਤੇ ਆਤਮਘਾਤ ਦਾ ਨਿਸ਼ਚਾ ਕਰਦਾ ਹੈ ਤਾਂ ਉਰਵਸ਼ੀ ਸੁਰਲੋਕ ਤੋਂ ਮ੍ਰਿਤ ਲੋਕ ਵਿੱਚ ਉਤਰਦੀ ਹੈ ਅਤੇ ਪੁਰੂਰਵਾ ਨੂੰ ਕਹਿੰਦੀ ਹੈ, ਪੁਰੂਰਵਾ, ਮਰਨ ਨਿਸ਼ਚਾ ਤਿਆਗ ਦਿਓ, ਆਤਮਘਾਤ ਨਾ ਕਰੋ, ਨਿਰਦਈ ਬਣ, ਜੀਵਾ ਦੀ ਭੇਟਾ ਆਪਣਾ ਸਰੀਰ ਮਤ ਕਰੋ। ਤ੍ਰੀਏ ਦੀ ਮਿੱਤਰਤਾ 3 ਕਾਲ ਅਸਥਿਰ ਹੈ, ਕਿਉਂ ਜੋ ਉਹਨਾਂ ਦਾ ਹਿਰਦਾ ਬੀਜੂ ਮੁਰਦਾ ਖੋਰਦਾ ਹੈ। ਇਸਤਰੀ ਦੇ ਮਨ ਤੋਂ ਚਰਿੱਤਰ ਦਾ ਇਹ ਵਿਸ਼ਲੇਸ਼ਣ ਤੇ ਜਾਇਜ਼ਾ ਰਿਗਵੇਦ ਵਿੱਚ ਅੰਕਿਤ ਹੈ ਅਤੇ ਇਸਤਰੀ ਦੀ ਆਤਮਿਕ ਕੂਤ ਤੇ ਸਮਾਜਿਕ ਸਥਾਨ ਨੀਵਾਂ ਤੇ ਘਟੀਆ ਦਰਜੇ ਦਾ, ਜੋ ਕਿ ਹਿੰਦੂ ਸ਼ਾਸਤਰਾਂ ਗ੍ਰੰਥਾਂ ਵਿੱਚ ਪ੍ਰਮਾਣਿਕ ਮੰਨਿਆ ਗਿਆ ਹੈ ਅਤੇ ਜੋ ਪਿਛਲੀਆਂ ਸਹਸਰਾ ਬਦੀਆਂ ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਹੈ, ਉਸ ਸਾਰੀ ਵਿਚਾਰਧਾਰਾ ਤੇ ਸਥਿਤੀ ਦਾ ਮੂਲ ਗਰਭ ਇਹੋ ਰਿਗਵੇਦ ਵਾਕ ਯੋਵਾਕ ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਬਚਨ ਕੀਤਾ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ, ਸੰਕੇਤ ਇਸ ਰਿਗਵੇਦ ਵਿੱਚੋਂ ਉਗਮੀ ਤੇ ਪਿਛਲਰੀਆਂ ਕਈ ਸਹਰਸਾ ਬਦੀਆਂ ਵਿੱਚ ਪ੍ਰਪੱਕ ਹੋ ਚੁੱਕੀ ਵਿਚਾਰਧਾਰਾ ਤੇ ਸਥਿਤੀ ਵੱਲ ਸੀ ਤੇ ਨਿਸ਼ਾਨਾ ਇਸਦਾ ਵਿਰੋਧ ਤੇ ਨਿਰੋਧ ਕਰਨਾ ਹੀ ਸੀ, ਜੋ ਵਿਚਾਰਧਾਰਾ ਤੇ ਸਥਿਤੀ ਨਾ ਕੇਵਲ ਹਿੰਦੂ ਸਮਾਜ ਸਗੋਂ ਸੰਸਾਰ ਦੇ ਮਹਾਨ ਸਾਮੀ ਸਮਾਜਾਂ, ਈਸਾਈ, ਮੁਸਾਈ ਤੇ ਮੁਸਲਿਮ ਸਮਾਜਾਂ ਦੀ ਵੀ ਬੁਨਿਆਦੀ ਕਮਜ਼ੋਰੀ ਦਾ ਕਾਰਨ ਹਜ਼ਾਰਾਂ ਵਰੇ ਬਣੀ ਰਹੀ ਹੈ ਅਤੇ ਜਿਸ ਦੇ ਹਾਨੀਕਾਰਕ ਪਰਿਣਾਮ ਦੀ ਸੋਝੀ ਕਿਤੇ ਹੁਣ 19ਵੀਂ ਸਦੀ ਵਿੱਚ ਸੰਸਾਰ ਨੂੰ ਪਈ ਹੈ। ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਵਿੱਚ ਪੁਰੂਰਵਾ ਪਰਛਾਵੇਂ ਪੂਣੇ ਤੋਂ ਕੰਮ ਲੈਂਦਾ ਹੈ ਅਤੇ ਅਪਸਰਾ ਦੇ ਅਲੋਪ ਹੋ ਜਾਣ ਉੱਤੇ ਤੈ ਬਿਨ ਭੁਪਤੀ ਦੁਖ ਹੈ, ਮੰਤਰੀ ਲਏ ਬੁਲਾਏ, ਚਿੱਤਰ ਚਿਤਰੈ ਤਾਕੋ ਤੂਰਤ, ਦੇਸਨ ਦਿਓ ਬਿਠਾਏ। ਉਸ ਅਪਸਰਾ ਦੀ ਮੂਰਤ ਬਣਾ ਕੇ ਆਪਣੇ ਜਾਸੂਸ ਬਾਹਰ ਅੰਦਰ ਦੇਸ਼ਾਂ ਵਿਦੇਸ਼ਾਂ ਵਿੱਚ ਭੇਜ ਦਿੱਤੇ ਕਿ ਇਹੋ ਜਿਹੀ ਸੁੰਦਰ ਤ੍ਰਿਮਿਤ ਲੱਭੋ। ਉਹਨਾਂ ਜਾਸੂਸਾਂ ਨੇ ਖੋਜਤ ਔੜਚ ਨਾਥ ਕੇ, ਲਹੀ ਕਨਿਕਾ ਏਕ, ਰੂਪ ਸਕਲ ਸਮ ਅਪਸਰਾ, ਤਾਤੇ ਗੁਣ ਪਿਸੇਖ। ਉੜੀਸਾ ਦੇਸ਼ ਦੇ ਰਾਜੇ ਦੀ ਧੀ ਜਾ ਲੱਭੀ, ਜੋ ਕਿ ਸੁੰਦਰਤਾ ਅਪਸਰਾ ਵਰਗੀ ਹੀ ਪਰ ਗੁਣਾ ਵਿੱਚ ਅਪਸਰਾ ਨਾਲੋਂ ਵੱਧ ਸੀ। ਭਾਵ ਇਹੀ ਹੈ ਕਿ ਵਿਦਿਆ, ਕਲਾ ਆਦਿ ਵਿੱਚ ਅਪਸਰਾ ਨਾਲੋਂ ਵਧੇਰੇ ਪ੍ਰਬੀਨ ਸੀ, ਕਿਉਂ ਜੋ ਪ੍ਰਤੀਬਰਤ ਧਰਮ ਤਾਂ ਇਸ ਔੜਚਨਾਥ ਕੰਨਿਆ ਦਾ ਵੀ ਇਸ ਅਪਸਰਾ ਅਥਵਾ ਉਰਵਸ਼ੀ ਨਾਲੋਂ ਵਧੇਰੇ ਪਰਪੱਕ ਨਹੀਂ ਸੀ। ਖੈਰ, ਦਸਮ ਗ੍ਰੰਥ ਵਿੱਚ ਅੰਕਿਤ ਕਥਾ ਇਉਂ ਹੈ ਕਿ ਇਸ ਉੜੀਸੇ ਦੀ ਰਾਜਕੁਮਾਰੀ ਨੂੰ ਚਿੱਤਰ ਸਿੰਘ ਨੇ ਖੋ ਲਿਆਂਦਾ। ਇਸ ਯੁੱਧ ਵਿੱਚ ਚਿੱਤਰ ਸਿੰਘ ਦਾ ਯੁਵਰਾਜ ਹਨੀਮਤ ਸਿੰਘ ਸੰਗਰਾਮ ਸ਼ਾਹ ਜਾਂ ਫੌਜਾਂ ਦਾ ਕਮਾਂਡ ਅਫਸਰ ਸੀ। ਚਿੱਤਰ ਸਿੰਘ ਆਪ ਰਣ ਤੱਤੇ ਵਿੱਚ ਹੋ ਕੇ ਨਹੀਂ ਲੜਿਆ। हनुमंत सिंह आगे कियो, अमित सैन के साथ, चित्र सिंह पाछे रहो, गहे बरछा हाथ। फिर मार ओढ़ा राय को, लई सुता तह जीत, बरी राय सुख पाए, मन माने शास्त्र की रीत। तक्के नाल भराई धी खो के विआह लैनी, सुख पाए मन, ਇਹ ਸ਼ਾਸਤਰ ਕੀ ਰੀਤ ਹੈ। ਮਨੂ ਧਰਮ ਸ਼ਾਸਤਰ ਵਿੱਚ ਅਸ਼ਟ ਵਿਆਹ ਵਿਧਾਨ ਹਨ। ਪਹਿਲਾ, ਬ੍ਰਾਹਮਣ ਵਿਵਾਹ, ਵਰ ਨੂੰ ਘਰ ਬੁਲਾ ਕੇ ਕੰਨਿਆ ਦੇਣੀ। ਦੂਜਾ, ਦੇਵ ਵਿਵਾਹ, ਯੱਗ ਕਰਵਾਉਣ ਵਾਲੇ ਨੂੰ ਕੰਨਿਆ ਦੇਣੀ। ਤੀਜਾ, ਆਰਸ਼, ਵਰ ਤੋਂ ਬੈਲ ਆਦਿ ਦੀ ਕੀਮਤ ਲੈ ਕੇ ਕੰਨਿਆ ਦੇਣੀ, ਜਿਸ ਬਾਬਤ ਕੇ ਸਾਡੇ ਰਹਿਤਨਾਮਿਆਂ ਵਿੱਚ ਲਿਖਿਆ ਹੈ, ਤੀ ਭੈਣ ਕਾ ਪੈਸਾ ਲਈ, ਪਾਤਕ ਸਿੱਖ ਹੋਤ ਹੈ ਸਹੀ। ਚੌਥਾ, ਕੁੜੀ ਤੇ ਮੁੰਡੇ ਦਾ ਪਰਸਪਰ ਰਜ਼ਾਮੰਦੀ ਨਾਲ ਵਿਆਹ, ਜਿਸ ਨੂੰ ਅੱਜ ਕੱਲ ਪ੍ਰੇਮ ਸੰਯੋਗ ਆਖੀਦਾ ਹੈ ਅਤੇ ਜਿਸ ਦਾ ਰੂਪਾਂਤਰਨ ਅਦਾਲਤੀ ਸ਼ਾਦੀ ਹੈ। ਪੰਜਵਾਂ,
ਗਾਂਧਰਵ ਵਿਆਹ, ਜਿੱਥੇ ਜਦੋਂ ਮਨ ਕੀਤਾ ਸੰਯੋਗ ਕਰ ਲਿਆ, ਜਿਸ ਦਾ ਰੂਪਾਂਤਰਣ ਕੇ ਆਧੁਨਿਕ ਸੰਗਤ ਵਿਵਾਹ ਹੈ, ਜਿਸ ਦਾ ਪ੍ਰਚਾਰ ਕੇ ਬਰਟਰੈਂਡ ਰਸਲ ਨੇ ਕੀਤਾ ਹੈ। 6ਵਾਂ ਅਸੁਰ, ਧੀ ਲੈਣੀ ਤੇ ਧੀ ਦੇਣੀ, ਵੱਟਾ, ਜਿਸ ਦਾ ਰਿਵਾਜ ਕੇ ਅੱਜ ਤੱਕ ਸਾਡੇ ਦੇਸ਼ ਦੀਆਂ ਕਈ ਜਾਤੀਆਂ ਵਿੱਚ ਹੈ। 7ਵਾਂ ਰਾਖਸ਼ ਵਿਵਾਹ, ਯੁੱਧ ਵਿੱਚ ਜਿੱਤ ਕੇ ਕੰਨਿਆ ਵਰ ਲੈਣੀ, ਜਿਸ ਤਰ੍ਹਾਂ ਕਿ ਸਾਡੇ ਪਾਤਰ ਚਿੱਤਰ ਸਿੰਘ ਨੇ ਕੀਤਾ ਹੈ, ਅਤੇ ਜਿਵੇਂ ਕਿ ਵਿਦੇਸ਼ੀ ਤੁਰਕ ਚਰਵਾਣੇ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ਨਾਲ ਕਈ ਸੌ ਵਰ੍ਹੇ ਕਰਦੇ ਚਲੇ ਆਏ ਸਨ, ਅਤੇ ਜਿਸ ਤੋਂ ਸਿੰਘਾਂ ਨੂੰ ਦਸਮ ਪਾਤਸ਼ਾਹ ਨੇ ਇਉਂ ਕਹਿ ਕੇ ਵਰਜਿਆ ਸੀ ਕਿ ਸਿੱਖ ਤੁਰਕਾਂ ਚਰਵਾਣਿਆਂ ਦੀ ਰੀਸ ਨਾ ਕਰਨ, ਕਿਉਂ ਜੋ ਸਿੰਘ ਆਦਰਸ਼ ਉਚੇਰੇ ਹਨ। 8ਵਾਂ ਪੇਸ਼ਾਚ ਵਿਆਹ, ਰੋਂਦੀ ਕੁਰਲਾਂਦੀ ਕੰਨਿਆ ਖੋਹ ਕੇ ਲੈ ਜਾਣੀ, ਜਿਵੇਂ ਕ੍ਰਿਸ਼ਨ ਜੀ ਰੁਕਮਣੀ ਨੂੰ ਦੇ ਪੂਜਾ ਕਰਦੀ ਨੂੰ ਖੋਹ ਕੇ ਲੈ ਗਏ ਸਨ, ਤੇ ਜਿਵੇਂ 1947 ਦੀ ਦੇਸ਼ ਦੀ ਵੰਡ ਵੇਲੇ ਹਜ਼ਾਰਾਂ ਕੰਨਿਆ ਖੋਹ ਲਈਆਂ ਗਈਆਂ। ਇਹ 8 ਤਰੀਕੇ ਕੰਨਿਆ ਵਰਨ ਦੇ ਸ਼ਾਸਤਰ ਕੀ ਰੀਤ ਹੈ, ਤੇ ਇਸੇ ਲਈ ਚਿੱਤਰ ਸਿੰਘ ਨੇ ਉੜੀਸਾ ਦੀ ਰਾਜਕੁਮਾਰੀ, ਜਿਸ ਦਾ ਨਾਮ ਕਿ ਚਿੱਤਰਮਤੀ ਸੀ, ਨੂੰ ਨਿਸ਼ਚੰਤ ਹੋ ਕੇ ਸੁਖ ਪਾਏ ਮਨ ਵਿਆਹ ਲਿਆ। ਪਰ ਚਿੱਤਰਮਤੀ ਚਿੱਤਰ ਸਿੰਘ ਦੀ ਵਿਆਹੁਤਾ ਇਸਤਰੀ ਦਾ ਬਣ ਗਈ, ਪਰ ਇਸ ਦਾ ਭਾਵ ਇਹ ਨਹੀਂ ਕਿ ਪ੍ਰਤੀਵ੍ਰਤ ਧਰਮ ਵਿੱਚ ਵੀ ਪਰਪੱਕ ਹੋ ਗਈ। ਹਨਿਵਤ ਸਿੰਘੋ ਸੋ ਰਹੇ, ਚਿਤਵਤ ਆਠੋ ਜਾਮ। 8 ਪੈਰ ਆਪਣੇ ਮਤਰੇਏ ਪੁੱਤਰ ਹਨੂਮੰਤ ਸਿੰਘ ਦਾ ਧਿਆਨ ਹੀ ਆਪਣੇ ਮਨ ਵਿੱਚ ਵਸਾਈ ਰੱਖੋ। ਗੱਲ ਕੀ ਚਿੱਤਰਮਤੀ ਰਾਜਕੁਮਾਰ ਨੂੰ ਕਿਸੇ ਬਹਾਨੇ ਆਪਣੇ ਕੋਲ ਲੈ ਆਈ। चोर चतुर चित लयो कहो कस कीजिए, सामने बैठ के दिल को जो चुराए कोई, ऐसी चोरी का पता खाक लगाए कोई। अत अनूप सुंदर सरसो, मनोमैन के ऐन, मोह मन को मोहित सदा, मित्र द्वारे नैन। ਰਾਜਕੁਮਾਰ ਨੂੰ ਤੁਹਾਡੇ ਨੈਣ ਅਨੂਪ, ਸੁੰਦਰ, ਰਸੀਲੇ, ਮਾਨੋ ਮੇਨਕਾ ਅਪਸਰਾ ਦੀਆਂ ਅੱਖਾਂ ਹਨ, ਇਸ ਲਈ ਇਹ ਮੋਮਿਨਾ ਨੂੰ ਜਾਂ ਮੇਰੇ ਮਨ ਨੂੰ ਸਦਾ ਮੋਂਦੇ ਹਨ। ਇਹੋ ਜਿਹੀ ਕਾਮਮਈ ਬਿਲਾਸ ਦੇ ਬਹੁ ਬਚਨ ਚਿੱਤਰਮਤੀ ਨੇ ਆਪਣੇ ਰਾਜਕੁਮਾਰ ਮਤਰੇਏ ਪੁੱਤਰ ਨਾਲ ਕੀਤੇ, ਪਰ ਵਾਂਕੀ ਕਹੀ ਨਾ ਨਿਰਪਵਸਤ ਮਾਨੀ, ਚਿੱਤਰਮਤੀ ਤਸ਼ ਪਈ ਖਿਸਾਨੀ। ਬਸ ਫਿਰ ਜਿਵੇਂ ਕਿ ਰਾਮ ਪ੍ਰਕਾਸ਼ ਸਿੰਘ ਨੇ ਲਿਖਿਆ ਹੈ, ਚਿੱਤਰਮਤੀ ਨੇ ਜਾਤਾ ਕਿ ਮੇਰੀ ਜਵਾਨੀ ਤੇ ਹੁਸਨ ਦਾ ਅਪਮਾਨ ਹੋਇਆ ਹੈ। चित्र सिंह पै जय पुकारो, बड़ो दुष्ट ए पुत्र तुहारो। वार चीर कर आपने मुख नक काए लगाए, राजा को रोकित कहो तन को चैन दिखाए। ਆਪਣੇ ਬਸਤਰ ਆਪ ਹੀ ਫਾੜ ਲਏ ਤੇ ਆਪ ਹੀ ਨੋਹਾਂ ਨਾਲ ਆਪਣੇ ਮੂੰਹ ਤੇ ਕਾਉ ਕਰ ਲਏ, ਅਤੇ ਆਪਣੇ ਪਤੀ ਨੂੰ ਆਖਿਓਸ ਕਿ ਤੇਰਾ ਪੁੱਤਰ ਬੜਾ ਦੁਸ਼ਟ ਹੈ। बचन सुंद क्रोधित निर्भयो, मारन हेत सुताए लै गयो। मंत्रिन आन राव समझायो, त्रिया चरित ना किन्हू पायो। ਰਾਜੇ ਨੇ ਆਪਣੇ ਪੁੱਤਰ ਤੇ ਕਤਲ ਦਾ ਹੁਕਮ ਦੇ ਦਿੱਤਾ, ਪਰ ਵਜ਼ੀਰਾਂ ਨੇ ਸਮਝਾਇਆ ਕਿ हे ਰਾਜਨ, ਇਸਤਰੀ ਦਾ ਚਰਿੱਤਰ ਬੜਾ ਡੂੰਘਾ ਹੈ, ਇਸਦੀਆਂ ਗੱਲਾਂ ਵਿੱਚ ਝਟਪਟ ਨਹੀਂ ਆ ਜਾਈਦਾ। इत सिरी चरित्र पखाने, त्रिया चरित्र मंत्री भूप समांदे, दुत्ते चरित्र समापन, सुत सबूब मस। ਇਹ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਨਾਮੀ ਭਾਗ ਦਾ ਦੂਜਾ ਅਧਿਆਇ ਹੈ, ਅਤੇ ਅੱਗੇ ਜੋ ਤ੍ਰਿਆ ਚਰਿੱਤਰ ਦੀਆਂ ਕਹਾਣੀਆਂ ਆਉਂਦੀਆਂ ਹਨ, ਉਹ ਮੰਤਰੀ ਭੂਪ ਸੰਭਾਦੇ ਰਾਜਾ ਚਿੱਤਰ ਸਿੰਘ ਅਤੇ ਉਸਦੇ ਵਜ਼ੀਰ ਦੀ ਆਪੋ ਵਿੱਚ ਹੀ ਗੱਲਬਾਤ ਹੈ, ਕੋਈ ਵਾਸਤਵਿਕ ਇਤਿਹਾਸ ਨਹੀਂ। ਇੱਥੇ ਦੋ ਗੱਲਾਂ ਕਥਨਯੋਗ ਹਨ। ਮਾਤਾ ਪੁੱਤਰ ਦੇ ਵਿਚਾਰ ਦਾ ਵਿਸ਼ਾ ਲੋਕ ਵਾਰਤਾ ਵਿੱਚ ਪਹਾੜਾਂ ਵਾਂਗਰ ਪੁਰਾਤਨ ਹੈ। ਯੂਨਾਨੀਆਂ ਦੀ ਉਦੀਪਸ ਦੀ ਵਾਰਤਾ ਸਾਰਾਂਸ਼ ਇਹ ਵਿਚਾਰ ਹੀ ਹੈ, ਜਿਸ ਦੇ ਆਧਾਰ ਉਤੇ ਆਧੁਨਿਕ ਮਹਾਵਿਗਿਆਨੀ ਫਰਾਇਡ ਨੇ ਉਦੀਪਸ ਮਾਨਸਿਕ ਰੋਗ ਦੀ ਉਲੇਖਣਾ ਕੀਤੀ ਹੈ। ਇਹ ਵਾਰਤਾ ਸਾਰਾਂਸ਼ ਵਿੱਚ ਇੱਕ ਤੋਂ ਵੱਧ ਥਾਂ ਮੌਜੂਦ ਹੈ, ਪਰ ਸਾਊ ਭਾਰਤੀ ਪਰੰਪਰਾ ਤੇ ਲੋਕ ਵਾਰਤਾ ਵਿੱਚ ਇਹ ਮਨੋਬਿਰਤੀ ਸਾਰਾਂਸ਼
ਮੈਤਰੇਈ ਮਾਂ ਦੀ ਯੁਵਕ ਪੁੱਤਰ ਨਾਲ ਵਿਭਚਾਰ ਦੀ ਇੱਛਾ ਦਾ ਰੂਪ ਧਾਰਨ ਕਰ ਗਿਆ ਹੈ। ਘੱਟ ਤੋਂ ਘੱਟ ਲੋਕ ਸਾਹਿਤ ਤੇ ਗ੍ਰੰਥ ਸਾਹਿਤ ਦੇ ਵਿੱਚ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਦੀ ਵੱਡੀ ਕਹਾਣੀ, ਜਿਸ ਵਿੱਚੋਂ ਕਿ ਬਾਕੀ ਦੀਆਂ ਕਹਾਣੀਆਂ ਜੋ ਕਿ 400 ਕੁ ਹਨ ਨਿਕਲਦੀਆਂ ਹਨ, ਦਾ ਮਨੋਬ੍ਰਿਤੀ ਸਾਰਾਂਸ਼ ਇਹ ਉਦੀਪਸ ਮਾਨਸਿਕ ਰੋਗ ਹੀ ਹੈ। ਮਨਾਲੋਚਨਾ ਦੇ ਵਿਗਿਆਨੀ ਮਨੁੱਖ ਦੇ ਸਮੁੱਚੇ ਚਰਿੱਤਰ ਨੂੰ ਉਲੇਖਣ ਤੇ ਦਰਸਾਉਣ ਦਾ ਯਤਨ ਕਰਦੇ ਹਨ। ਇਉਂ ਵਿਚਾਰਿਆਂ ਤ੍ਰਿਆ ਚਰਿੱਤਰ ਦੇ ਕਰਤਾ ਨੇ ਚਿੱਤਰਮਤੀ ਤੇ ਹਨੂਮੰਤ ਸਿੰਘ ਦੀ ਕਹਾਣੀ ਨੂੰ ਆਧਾਰ ਬਣਾ ਕੇ ਜਿਹੜਾ ਬਾਕੀ 400 ਕਹਾਣੀਆਂ ਨੂੰ ਇਸ ਸੰਦੂਕ ਵਿੱਚ ਬੰਦ ਕੀਤਾ ਹੈ, ਇਹਦਾ ਗੋਹਰਿਆ ਸੇ ਬੜਾ ਮਹਾਨ ਪ੍ਰਤੀਤ ਹੋਆ ਹੁੰਦਾ ਹੈ। ਉਂਝ ਇੱਕ ਕਹਾਣੀ ਕਥਾ ਨੂੰ ਅਵਿਲੰਬ ਬਣਾ ਕੇ ਉਸ ਨਾਲ ਅਨੇਕ ਹੋਰ ਕਥਾ ਕਹਾਣੀਆਂ ਟੁੰਗਣ ਦੀ ਪ੍ਰਾਪਰਟੀ ਸਾਡੇ ਦੇਸ਼ ਦੀ ਸਾਹਿਤ ਪਰੰਪਰਾ ਵਿੱਚ ਬਹੁਤ ਪੁਰਾਣੀ ਹੈ। ਪੰਡਿਤ ਗੁਣਾ ਢਾਏ ਦੀ ਰਚਨਾ ਬਰਹਤ ਕਥਾ, ਜੋ ਕਿ ਅਲੋਪ ਹੋ ਚੁੱਕੀ ਹੈ ਅਤੇ ਜਿਸ ਬਾਬਤ ਕੇ ਡਾਕਟਰ ਕੀਤ ਕਹਿੰਦਾ ਹੈ ਕਿ ਇਸ ਦੀ ਸਾਹਿਤਕ ਮਹਾਨਤਾ ਰਾਮਾਇਣ ਤੇ ਮਹਾਭਾਰਤ ਨਾਲੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਸੀ ਅਤੇ ਜਿਸ ਦੇ ਕਿ 7 ਲੱਖ ਲੋਕ ਸ਼ਲੋਕ ਸਨ, ਜਿਨ੍ਹਾਂ ਦਾ ਕਿ ਭੋਰ ਚੋਰ, ਕਸ਼ਮਿੰਦਰ ਦੀ ਬ੍ਰਹਮ ਕਥਾ ਮੰਜਰੀ ਤੇ ਸੋਮਦੇਵ ਦੀ ਕਥਾ ਸਰਿਤ ਸਾਗਰ ਹਨ। ਦੀ ਸਾਹਿਤਕ ਬਣਤਰ ਇਵੇਂ ਹੈ ਕਿ ਇੱਕ ਵੱਡੀ ਕਹਾਣੀ ਆਰੰਭ ਕਰਕੇ ਬਾਕੀ ਅਨੇਕ ਕਹਾਣੀਆਂ ਉਸ ਵਿੱਚ ਪਾਈ ਗਏ। ਕਥਾ ਸਰਿਤ ਸਾਗਰ ਦੀ ਬੇਤਾਲ ਪੰਚ ਵਿਸਤੀ ਅਤੇ ਵਿਸ਼ਨੂੰ ਸ਼ਰਮਾ ਦੇ ਪੰਜ ਤੰਤਰ ਵਿੱਚ ਇਹੋ ਪ੍ਰਾਪਰਟੀ ਇੱਕ ਕਹਾਣੀ ਨਾਲ ਅਲੇਖ ਵਲੋਕ ਰੀਤੀਆਂ ਕਹਾਣੀਆਂ ਟੁੰਗ ਦੇਣ ਦੀ ਵਰਤੀ ਗਈ ਹੈ ਅਤੇ ਇਤੋਂ ਹੀ ਅਰਬੀ ਲਿਖਾਰੀਆਂ ਨੇ ਮੰਗਵੀ ਲੈ ਕੇ ਅਲਫ ਲੈਲਾ ਆਦਿ ਪੁਸਤਕਾਂ ਵਿੱਚ ਵਰਤੀ ਹੈ, ਜਿੱਥੋਂ ਕਿ ਇਹ ਸਾਰੇ ਯੂਰਪ ਵਿੱਚ ਫੈਲੀ ਹੈ। ਪਰ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਵਾਲਾ ਉਪਰੋਕਤ ਮਨੋਬਿਰਤੀ ਗੋ ਰਿਆਸੇ ਹੋਰ ਕਿਤੇ ਨਹੀਂ ਹੈ। ਦੂਜੀ ਗੱਲ ਕਥਾ ਕਰਨ ਯੋਗ ਇਹ ਹੈ ਕਿ ਇਹੋ ਮਾਤਾ ਪੁੱਤਰ ਵਿਭਚਾਰ ਦੀ ਕਹਾਣੀ ਅਨੇਕਾਂ ਢੰਗ ਨਾਲ ਸਮਾਂ ਬਦਲ ਕੇ ਸਾਡੇ ਦੇਸ਼ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਵਰਨੀ ਹੋਈ ਹੈ, ਜਿਹਾ ਕਿ ਉੜੀਆ ਤੇ ਤਮਿਲ ਵਿੱਚ, ਪੰਜਾਬੀ ਵਿੱਚ ਪੂਰਨ ਭਗਤ ਦੀ ਕਹਾਣੀ ਇਸੇ ਵਾਰਤਾ ਦਾ ਸਪਸ਼ਟ ਨਕਸ਼ ਹੈ। ਅਲਫ ਆਖ ਸਾਕੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਦੇ ਜਾਇਆ ਹੈ। ਇਹ ਦੋ ਗੱਲਾਂ ਤੇ ਇੱਕ ਹੋਰ ਤੀਜੀ ਗੱਲ ਸਾਡੇ ਦੇਸ਼ ਦੇ ਲੋਕ ਸਾਹਿਤ ਅਤੇ ਗ੍ਰੰਥ ਸਾਹਿਤ ਬਾਰੇ ਨਾ ਸਮਝਣ ਦੇ ਕਾਰਨ ਹੀ ਅਨੇਕ ਲੋਕਾਂ ਵਿੱਚ ਅਤੇ ਸਰਦਾਰ ਰਾਮ ਪ੍ਰਕਾਸ਼ ਸਿੰਘ ਜਿਹੇ ਵਿਦਵਾਨਾਂ ਵਿੱਚ ਵੀ ਇਹ ਹਾਨੀਕਾਰਕ ਭੁਲੇਖਾ ਪ੍ਰਚਲਿਤ ਹੋ ਗਿਆ ਹੈ ਕਿ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਵਿੱਚ ਬਿਆਨੀ ਹੋਈ ਰੂਪ ਕੌਰ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਤ੍ਰਿਆ ਚਰਿੱਤਰ ਦੇ ਕਰਤਾ ਦੀ ਸਵੈ ਜੀਵਨੀ ਤੇ ਇਤਿਹਾਸ ਦਾ ਭਾਗ ਹੈ। ਇਹ ਤੀਜਾ ਕਾਰਨ ਅੱਗੇ ਚੱਲ ਕੇ ਰੂਪ ਕੌਰ ਦੀ ਕਹਾਣੀ ਦੀ ਚੀਰ ਫਾੜ ਕਰਨ ਵੇਲੇ ਦੱਸਾਂਗੇ। ਕਹਾਣੀ ਇਉਂ ਚੱਲਦੀ ਹੈ ਕਿ ਜਿਸ ਵੇਲੇ ਚਿੱਤਰ ਸਿੰਘ ਦਾ ਮੰਤਰੀ ਉਸ ਨੂੰ 20 ਤ੍ਰਿਆ ਚਿੱਤਰ ਸੁਣਾ ਚੁੱਕਾ ਹੈ, ਰੀਜ ਰਾਏ ਐਸੇ ਕਹਿਓ ਬਚਨ ਮੰਤਰਿਆਨ ਸੰਗ ਪੁਰਖ ਤਰਿਆਨ ਚਤੁਰਨ ਚਰਿੱਤਰ ਮੋਸੋ ਕਹੋ ਪ੍ਰਸੰਗ। ਰਾਜਾ ਕਹਿਣ ਲੱਗਾ ਕਿ ਹੁਣ ਕੋਈ ਐਸੀ ਕਹਾਣੀ ਸੁਣਾਓ ਜਿਸ ਵਿੱਚ ਪੁਰਸ਼ ਨੇ ਇਸਤਰੀ ਨਾਲ ਚਰਿੱਤਰ ਖੇਡਿਆ ਹੋਵੇ। ਤਦ ਮੰਤਰੀ 21ਵੀਂ ਅਤੇ 22ਵੀਂ ਕਹਾਣੀ ਤ੍ਰਿਆ ਚਰਿੱਤਰ ਦੀ ਸੁਣਾ ਕੇ ਉਸ ਕਹਾਣੀ ਦਾ ਅੰਤ 23ਵੀਂ ਕਹਾਣੀ ਤੇ ਕਰਦਾ ਹੈ, ਜਿਸ ਵਿੱਚ ਕਿ ਪੁਰਖ ਚਲਾਕੀ ਨਾਲ ਇਸਤਰੀ ਨੂੰ ਮਾਤ ਦੇ ਦਿੰਦਾ ਹੈ ਅਤੇ ਇਹ 23ਵੀਂ ਕਹਾਣੀ ਇਤ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰ ਮੰਤਰੀ ਪੂਪ ਸਮਾਦੇ। ਇਹ 21ਵੀਂ 22ਵੀਂ ਤੇ 23ਵੀਂ ਕਹਾਣੀ ਹੀ ਰੂਪ ਕੌਰ ਦਾ ਹਿੱਸਾ ਹੈ, ਜਿਸ ਨੂੰ ਸ਼ਰਧਾ ਪੂਰਤ ਪਰ ਸਾਹਿਤ ਰਚਨਾ ਦੇ ਰੂਪਾਂਤਰਾਂ ਤੋਂ ਅਣਜਾਣ ਸਿੱਖ ਗੁਰੂ ਗੋਬਿੰਦ ਸਿੰਘ ਕਰਤਾ ਤ੍ਰਿਆ ਚਰਿੱਤਰ ਦੀ ਸਵੈ ਜੀਵਨੀ ਇਤਿਹਾਸ ਸਮਝ ਲੈਂਦੇ ਹਨ ਅਤੇ ਪੁਸਤਕ ਕਰਤਾ ਜੋ ਮੁੜ ਚਰਿੱਤਰ ਪਖਿਆਨੇ ਪੂਪ ਮੰਤਰੀ ਸੰਵਾਦੇ ਦਾ ਹੋਕਾ ਦੇਈ ਜਾਂਦਾ ਹੈ, ਉਸ ਨੂੰ ਅਣਡਿੱਠ ਕਰੀ ਜਾਂਦੇ ਹਨ। ਇਹ ਤਿੰਨੇ ਕਹਾਣੀਆਂ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਦਾ ਇਤਿਹਾਸਿਕ ਪਾਤਰ ਮੰਨੀਏ ਤਾਂ ਸਪਸ਼ਟ ਅਜਿਹੀਆਂ ਹਨ ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਭਰਪੂਰ ਨਿਰਾਦਰੀ ਹੁੰਦੀ ਹੈ ਅਤੇ ਉਹਨਾਂ ਦਾ ਚਰਿੱਤਰ ਜੋ ਇਹਨਾਂ ਕਹਾਣੀਆਂ ਨੂੰ ਇਤਿਹਾਸਿਕ ਘਟਨਾ ਮੰਨਣ ਕਾਰਨ ਉਗੜਦਾ ਹੈ, ਉਹ ਕੋਈ ਉਤੇਜਨਾਜਨਕ ਨਹੀਂ ਅਤੇ ਨਾ ਹੀ ਉਹ ਗੁਰੂ ਮਹਾਰਾਜ ਦੇ ਪ੍ਰਮਾਣਿਕ ਜੀਵਨ ਚਰਿੱਤਰ ਨਾਲ ਮੇਲ ਖਾਂਦਾ ਹੈ। ਫਿਰ ਕਿਉਂ ਸਿੱਖ
ਇਹਨਾਂ ਤਿੰਨਾਂ ਕਹਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵਾਸਤਵਿਕ ਇਤਿਹਾਸ ਮੰਨਦੇ ਹਨ ਅਤੇ ਕਿਉਂ ਪ੍ਰੋਫੈਸਰ ਰਾਮ ਪ੍ਰਕਾਸ਼ ਸਿੰਘ ਜੀ ਜਿਹੇ ਵਿਦਵਾਨ ਵੀ ਇਸੇ ਹਾਨੀਕਾਰਕ ਭੁਲੇਖੇ ਵਿੱਚ ਪਏ ਹੋਏ ਹਨ। ਇਸੇ ਦੋ ਕਾਰਨਾਂ ਬਾਬਤ ਉਤੇ ਕਹਿ ਆਏ ਹਾਂ। ਪਹਿਲਾ, ਤ੍ਰਿਆ ਚਰਿੱਤਰ ਲੌਕਿਕ ਸਾਹਿਤ ਹੈ। ਗੁਰਬਾਣੀ ਅਥਵਾ ਗੁਰਵਾਕ ਜਿਵੇਂ ਕਿ ਬਚਿੱਤਰ ਨਾਟਕ ਹੈ, ਇਹ ਨਹੀਂ ਹੈ। ਇਹ ਲੌਕਿਕ ਗ੍ਰੰਥ ਇੱਕ ਬੜੇ ਮਹਾਨ ਇਤਿਹਾਸਿਕ ਅਤੇ ਸਾਹਿਤ ਪਿਛੋਕੜ ਦੀ ਹਾਮਿਲ ਹੈ ਅਤੇ ਇਸ ਲਈ ਇਹ ਨਿਜਕ੍ਰਿਤ ਤਾਂ ਹੈ ਪਰ ਸਵੈਕ੍ਰਿਤ ਨਹੀਂ ਹੈ। ਇਸ ਦੀਆਂ ਕਹਾਣੀਆਂ ਤੇ ਕਥਾ ਵਸਤੂ ਸਾਡੇ ਦੇਸ਼ ਦੇ ਹਜ਼ਾਰਾਂ ਵਰੇ ਪੁਰਾਣੇ ਲੋਕ ਸਾਹਿਤ, ਲੋਕ ਵਾਰਤਾ ਅਤੇ ਗ੍ਰੰਥ ਸਾਹਿਤ ਵਿੱਚੋਂ ਮੰਗਵਾ ਲਿਆ ਗਿਆ ਹੈ। ਦੂਜਾ, ਤ੍ਰਿਆ ਚਰਿੱਤਰ ਦੀ ਰਚਨਾ ਸ਼ੈਲੀ ਵੀ ਐਵੇਂ ਹੀ ਪ੍ਰਾਚੀਨ ਤੇ ਮੰਗਵੀ ਹੈ ਜਿਵੇਂ ਕਿ ਇਸ ਦੀ ਕਥਾ ਵਸਤੂ। ਇਹਨਾਂ ਦੋਹਾਂ ਗੱਲਾਂ ਨਾਲ ਭਲੀ ਭਾਂਤੀ ਵਾਕਫੀ ਪਰਿਚੈ ਨਾ ਹੋਣਾ ਹੀ ਕਾਰਨ ਇਸ ਭੁਲੇਖੇ ਦਾ ਹੈ ਕਿ ਗੁਰੂਕ੍ਰਿਤ ਰਚਨਾ ਅਵਸ਼ ਗੁਰਬਾਣੀ ਜਾਂ ਗੁਰਵਾਕ ਹੀ ਹੋ ਸਕਦਾ ਹੈ, ਲੌਕਿਕ ਸਾਹਿਤ ਨਹੀਂ। ਇੱਕ ਹੋਰ ਤੀਜੇ ਕਾਰਨ ਨੇ ਜਿਸ ਦਾ ਕਿ ਸੰਬੰਧ ਵੀ ਸਾਹਿਤ ਕਲਾ ਭੇਦਾਂ ਨਾਲ ਹੈ। ਇਸ ਭੁਲੇਖੇ ਨੂੰ ਪਰਪੱਕ ਕੀਤਾ ਹੈ, ਉਹ ਹੈ ਸਾਹਿਤ ਲਿਖਾਰੀ ਦਾ ਆਪਣੀ ਰਚਨਾ ਵਿੱਚ ਸਥਾਨਕ ਰੰਗ ਭਰਨ ਦਾ ਗੁਣ। ਹਰ ਪ੍ਰਕਾਰ ਦੇ ਕੋਮਲ ਹੁਨਰਾਂ ਦਾ ਅੰਤਿਮ ਨਿਸ਼ਾਨਾ ਇਹੋ ਹੁੰਦਾ ਹੈ ਕਿ ਕੋਮਲ ਰਚਨਾ ਦੁਆਰਾ ਅਜਿਹਾ ਰੂਪ ਵਿਦਵਾਨ ਕੀਤਾ ਜਾਵੇ ਜਿਸ ਨਾਲ ਦਰਸ਼ਕ ਨੂੰ ਸਰਵਤਰ ਸੱਤਿਆ ਦਾ ਭੁਲੇਖਾ ਪਵੇ। ਮਨੋਕਲਪਿਤ ਵਾਸਤਵ ਨਿਰਾਤਾਰ ਰਚਨਾ ਇਉਂ ਦਿਸ ਆਵੇ ਕਿ ਇਹ ਸਵਤਾ ਸੱਤਿਆ ਹੈ, ਐਵੇਂ ਕਥਨੀ ਮਾਤਰ ਮਾਇਆਤਾਰ ਦ੍ਰਿਸ਼ ਰੂਪ ਨਹੀਂ। ਜਿਸ ਹੱਦ ਤੱਕ ਕਲਾਕਾਰ ਇਹ ਇੰਦਰਾਜਾਲ ਰਚਣ ਵਿੱਚ ਸਫਲ ਹੁੰਦਾ ਹੈ, ਉਸ ਹੱਦ ਤੱਕ ਉਸਦੀ ਕਲਾ ਤੇ ਕ੍ਰਿਤ ਕਾਮਯਾਬ ਕਹੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਜਿੱਥੇ ਗੁਰੂ ਅਵਤਾਰ, ਜਨਮ ਤੋਂ ਸਰਵ ਸਿੱਧੀ ਦੇ ਤਾਰਨੀ, ਮੁਕੰਦ ਤੇ ਮੁਕਤੀ ਪਥ ਦਰਸ਼ਕ ਜਯੋਤੀ ਤੇ ਗੁਰਬਾਣੀ ਦੇ ਪੈਗੰਬਰ ਸਨ, ਉੱਥੇ ਇੱਕ ਮਹਾਨ ਕਲਾਕਾਰ ਤੇ ਧੁਰੰਧਰ ਵਿਦਵਾਨ ਵੀ ਸਨ। ਉਹ ਜਾਣਦੇ ਸਨ ਕਿ ਮਾਇਆ ਚਰਿੱਤਰ ਤੇ ਰੂਪ ਨਿਰਮਾਣਿਤ ਕਰਨਾ, ਜਿਨ੍ਹਾਂ ਤੋਂ ਕਿ ਵਾਸਤਵਿਕ ਸੱਤੇ ਦਾ ਅਟੁੱਟ ਭੁਲੇਖਾ ਪਵੇ, ਇਹੋ ਉੱਚੀ ਕਲਾ ਦਾ ਆਸ਼ਾ ਹੈ। ਤਾਹੀਓ ਤਾਂ ਗੁਰੂ ਨੇ ਕਲਾਕਾਰ ਦੀ ਪ੍ਰਤਿਭਾ ਬਾਰੇ ਕਿਹਾ ਹੈ, ਤੂੰ ਹੀ ਜੋਗ ਮਾਇਆ, ਤੂੰ ਹੀ ਬਾਗਬਾਨੀ। ਇਸ ਆਸ਼ਾ ਪੂਰਤੀ ਲਈ ਕਲਾਕਾਰ ਆਪਣੀ ਰਚਨਾ ਵਿੱਚ ਸਥਾਨਕ ਤੇ ਇਤਿਹਾਸਿਕ ਰੰਗ ਭਰਦੇ ਹਨ ਤਾਂ ਜੋ ਉਹਨਾਂ ਦੀ ਰਚਨਾ ਆਪਣੇ ਅੰਤਿਮ ਆਸ਼ੇ ਵਿੱਚ ਸਫਲ ਹੋਵੇ। ਪਿੱਛੇ ਜੋ ਕਾਦਰ ਯਾਰ ਦੀ ਸੀ ਹਰਫੀ ਦੀ ਤੁਕ ਦਿੱਤੀ ਹੈ, ਅਲਫ ਆਖ ਸਾਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਦੇ ਜਾਇਆ ਹੈ। ਇਸ ਵਿੱਚ ਸਿਆਲਕੋਟ, ਪੂਰਨ ਤੇ ਸਲਵਾਹਨ ਸਥਾਨਕ ਵਾਸਤਵਿਕ ਤੇ ਇਤਿਹਾਸਿਕ ਰੰਗ ਕਵੀ ਨੇ ਭਰੇ ਹਨ। ਸਿਆਲਕੋਟ ਪੰਜਾਬ ਦਾ ਪ੍ਰਸਿੱਧ ਨਗਰ ਹੈ ਤੇ ਕਾਦਰ ਯਾਰ ਦੀ ਸੀ ਹਰਫੀ ਪੰਜਾਬ ਦੇ ਵਿੱਚ ਪੰਜਾਬੀਆਂ ਲਈ ਲਿਖੀ ਗਈ। ਇਸ ਤਰ੍ਹਾਂ ਮਾਤ ਪੁੱਤਰ ਵਿਚਾਰ ਦੀ ਇਸ ਵਿਸ਼ਵ ਪ੍ਰਚਲਿਤ ਪ੍ਰਾਚੀਨ ਕਹਾਣੀ ਦੇ ਭਾਰਤੀ ਰੂਪਾਂਤਰਨ ਨੂੰ ਸਥਾਨਕ ਪਿਛੋਕੜ ਕਵੀ ਨੇ ਦੇ ਦਿੱਤਾ ਹੈ। ਪੂਰਨ ਨਾਮ ਵਾਸਤਵਿਕ ਰੰਗ ਹੈ ਕਿਉਂਕਿ ਇਹ ਇੱਕ ਆਮ ਪੰਜਾਬੀ ਨਾਮ ਹੈ ਅਤੇ ਸਲਵਾਹਨ ਰਾਜਾ ਭਾਰਤੀ ਇਤਿਹਾਸ ਵਿੱਚ ਹੋਇਆ ਤਾਂ ਹੈ, ਪਰ ਸਿਆਲਕੋਟ ਉਸਦੀ ਰਾਜਧਾਨੀ ਨਹੀਂ ਸੀ ਅਤੇ ਨਾ ਹੀ ਉਸਦਾ ਨਿਵਾਸ ਸਥਾਨ। ਐਵੇਂ ਰਾਜ ਪ੍ਰਬੰਧਕ ਕੇਂਦਰ ਸੀ ਜਿਵੇਂ ਪਿਸ਼ੌਰ ਮਹਾਰਾਜਾ ਰਣਜੀਤ ਸਿੰਘ ਦਾ ਸੀ। ਪਰ ਕਾਦਰ ਯਾਰ ਦਾ ਮੰਤਵ ਕੇਵਲ ਇਸ ਜਗਤ ਪ੍ਰਸਿੱਧ ਅਤੇ ਵਿਸ਼ਵ ਪ੍ਰਚਲਿਤ ਕਿਸੇ ਨੂੰ ਇਤਿਹਾਸਿਕ ਰੰਗ ਦੇਣਾ ਸੀ ਤਾਂ ਜੋ ਉਸਦੀ ਕਾਵ ਰਚਨਾ ਦਾ ਮਾਇਆ ਜਾਲ ਅਸਲੀ ਹੋ ਪਾਸੇ, ਜੋ ਕਿ ਹਰ ਕਲਾ ਦਾ ਮੁੱਖ ਮੰਤਵ ਹੈ। ਇਸ ਤੋਂ ਇਹ ਅਨੁਮਾਨਣਾ ਕਿ ਮਹਾਰਾਜਾ ਸਲਵਾਨ, ਜਿਸ ਤੋਂ ਕਿ ਅੱਜ 1880 ਵਰੇ ਪਹਿਲੋਂ ਸ਼ਾਕਾ ਸੰਮਤ ਆਰੰਭ ਹੋਇਆ ਅਤੇ ਜਿਸ ਦੀ ਰਾਜਧਾਨੀ ਪ੍ਰਿਤਸਥਾਨ ਦੱਖਣ ਸੀ, ਉਹ ਸਿਆਲਕੋਟ ਵਿੱਚ ਰਹਿੰਦਾ ਸੀ ਅਤੇ ਲੂਣਾ ਚਮਿਆਰੀ ਵਿਆਹ ਲਿਆਇਆ ਸੀ। ਇੱਕ ਭਾਰੀ ਪੁਲ ਹੋਵੇਗੀ ਤੇ ਅਨੁਮਾਨਣ ਵਾਲੇ ਦੀ ਅਵਿਦਿਆ ਦਾ ਸਬੂਤ ਵੀ। ਤ੍ਰਿਆ ਚਰਿੱਤਰ ਦੀ 21ਵੀਂ, 22ਵੀਂ ਅਤੇ 23ਵੀਂ ਸਾਖੀ ਵਿੱਚ ਇਸ ਗ੍ਰੰਥ ਦੇ ਕਰਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਨਕ ਤੇ ਵਾਸਤਵਿਕ ਰੰਗ ਉਨਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਕੇ ਭਰਿਆ। ਉਸ ਤੋਂ ਹੀ ਅਣਜਾਣ ਆਦਮੀ ਭੁਲੇਖਾ ਖਾ ਕੇ ਇਹੋ ਅਨੁਮਾਨਦੇ ਹਨ ਕਿ ਕਰਤਾ ਆਪਣੇ ਜੀਵਨ ਦੀ ਇਤਿਹਾਸਿਕ ਘਟਨਾ ਬਿਆਨ ਕਰ ਰਿਹਾ ਹੈ। ਦਸਮ ਗੁਰੂ ਮਹਾਰਾਜ ਦੀ
ਬਹੁਪੱਖੀ ਸ਼ਖਸੀਅਤ ਨੇ ਇਸ ਬੱਜਰ ਭੁਲੇਖੇ ਨੂੰ ਹੋਰ ਪਰਪੱਕ ਕੀਤਾ ਹੈ, ਜਿਸ ਕਾਰਨ ਕਿ ਸ਼ਰਧਾ ਯੁਕਤ ਸਿੱਖ ਇਹੋ ਸਮਝਦੇ ਹਨ ਕਿ ਇਹ ਵਾਕ ਗੁਰੂ ਦੇ ਹਨ ਅਤੇ ਇਸ ਲਈ ਹਰ ਪਹਿਲੂ ਤੋਂ 3 ਕਾਲ ਸੱਤਿਆ ਹਨ। ਇਹ ਹੈ ਤੀਜਾ ਕਾਰਨ। ਪ੍ਰੋਫੈਸਰ ਰਾਮ ਪ੍ਰਕਾਸ਼ ਜੀ ਵਰਗੇ ਵਿਦਵਾਨਾਂ ਦਾ ਇਸ ਭੁਲੇਖੇ ਵਿੱਚ ਫਸ ਜਾਣ ਦਾ ਕਿ ਰੂਪ ਕੌਰ ਦੀ ਕਹਾਣੀ ਇਸੇ ਕਰਤਾ ਦੇ ਜੀਵਨ ਦੀ ਇਤਿਹਾਸਿਕ ਘਟਨਾ ਹੈ, ਮਨੋਕਲਪਿਤ ਵਾਰਤਾ ਹੈ। ਉਹ ਸਾਹਿਤ ਕਲਾ ਭੇਦ ਨੂੰ ਯਥਾਰਥ ਵਰਣਨ ਸਮਝਣ ਦੀ ਭੁੱਲ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਹਿਤ ਕਲਾ ਦੇ ਭੇਦ ਨੂੰ ਇਹਨਾਂ 3 ਚਰਿੱਤਰਾਂ 21, 22 ਅਤੇ 23 ਵਿੱਚ ਐਸੀ ਚਤੁਰਤਾ ਨਾਲ ਵਰਤਿਆ ਕਿ ਸਧਾਰਨ ਪੁਰਸ਼ ਦਾ ਭੁਲੇਖਾ ਖਾ ਜਾਣਾ ਅਚੰਭੇ ਦੀ ਗੱਲ ਨਹੀਂ ਭਾਸਦੀ। ਤਾਂ ਹੀ ਤਾਂ ਗੁਰੂ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਕਿ ਸੁਨੇ ਮੁੜ ਚਿਤ ਲਾਏ ਚਤੁਰਤਾ ਆਵਈ। ਇਹ ਭਾਵ ਕਿ ਤ੍ਰਿਆ ਚਰਿੱਤਰ ਦੇ ਕਥਾ ਵਸਤੂ ਨੂੰ ਬੜੇ ਗੌਰ ਨਾਲ ਚਿਤ ਲਾਏ ਵਿਚਾਰੋ ਤਾਂ ਭੇਦ ਖੁੱਲਣਗੇ, ਜਿਸ ਨਾਲ ਪਾਠਕ ਦੀ ਬੁੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ। तीर सतुतर के हुतोपुर आनंद एक गाँव, नेत्र तुम के टिग बस्त कहलूर के ठाओ। ਇਹ ਸਤਲੁਜ ਦੇ ਕੰਢੇ ਨੈਣਾ ਦੇਵੀ ਦੇ ਟਿੱਲੇ ਦੇ ਕੋਲ ਕਹਿਲੂਰ ਰਾਜ ਵਿੱਚ ਅਨੰਦਪੁਰ ਨਾਮੇ ਪਿੰਡ ਉਹ ਹੈ ਜੋ ਭੰਗਾਣੀ ਦੇ ਯੁੱਧ ਉਪਰਾਮ ਦਸਮ ਪਾਤਸ਼ਾਹ ਨੇ ਆਣ ਵਸਾਇਆ ਸੀ। कहलूर में बांध्यो आन आनंदपुर गाँव। दसम ग्रंथ पन्ना 62। ਹੁਣ ਅਜਿਹੇ ਮਹਾਨ ਤੇ ਪ੍ਰਸਿੱਧ ਨਗਰ ਵਿੱਚ ਵਾਪਰੀ ਘਟਨਾ ਤ੍ਰਿਆ ਚਰਿੱਤਰ ਦਾ ਕਰਤਾ ਵਰਣ ਕਰਨ ਲੱਗਾ ਹੈ ਤਾਂ ਕਿਹੜਾ ਪਾਠਕ ਤੇ ਸਰੋਤਾ ਜੋ ਆਪਣੀਆਂ ਬਿਰਤੀਆਂ ਇਕਾਗਰ ਕਰਕੇ ਹਿੱਤ ਚਿਤ ਲਾ ਕੇ ਨਾ ਸੁਣੇਗਾ। ਬਸ ਇਹੋ ਨਿਸ਼ਾਨਾ ਸੀ ਕਰਤਾ ਦਾ, ਪਾਠਕ ਸਰੋਤਿਆਂ ਦਾ ਧਿਆਨ ਇਕਾਗਰ ਕਰ ਲੈਣ ਦਾ, ਤੇ ਇਸ ਵਿੱਚ ਉਹ ਸਫਲ ਹੋਇਆ ਹੈ। ਹੋਰ ਇਸ ਤੋਂ ਅੱਗੇ ਕਹੀ ਜਾਣ ਵਾਲੀ ਕਹਾਣੀ ਦਾ ਅਨੰਦਪੁਰ ਖਾਲਸੇ ਦੀ ਜਨਮ ਭੂਮੀ ਦੀ ਤਾਰੀਖ ਨਾਲ ਕੋਈ ਸਿੱਧਾ ਜਾਂ ਅਸਿੱਧਾ ਸੰਬੰਧ ਨਹੀਂ ਹੈ। एक त्रिया तनवंत की तोन नगर में आन और राय पीड़ित भई विधि बिरखा के पान। ਕਿਸੇ ਅਮੀਰ ਆਦਮੀ ਦੀ ਵਹੁਟੀ ਜਿਸਦੇ ਪਤੀ ਨੂੰ ਕੇ ਦਫ਼ਤਰ ਵਾਲਿਆਂ ਨੇ ਛੁੱਟੀ ਨਹੀਂ ਦਿੱਤੀ ਹੋਵੇਗੀ, ਅਨੰਦਪੁਰ ਆਈ ਤੇ ਉੱਥੋਂ ਦੇ ਰਾਏ ਨੂੰ ਦੇਖਦੇ ਸਾਰ ਮੋਹਿਤ ਤੇ ਬ੍ਰਿਹਾ ਵਿੱਚ ਬਹਿਬਲ ਹੋ ਗਈ। ਆਪਣੇ ਨੌਕਰਾਂ ਨੂੰ ਕਹਿਣ ਲੱਗੀ, ਜਿਵੇਂ ਕਿਵੇਂ ਹੋਵੇ ਇਸ ਰਾਜੇ ਨੂੰ ਮੇਰੇ ਘਰ ਲੈ ਆਓ। ਨਗਰ ਰਾਏ ਤੁਮਾਰੋ ਬਸਤ ਤਾਹੀ ਮਿਲਾਵੋ ਮੋਹੇ। ਉਸ ਤੀਵੀ ਜਿਸਦਾ ਨਾਮ ਕੇ ਰੂਪ ਕੌਰ ਸੀ ਜਾਂ ਜੋ ਸਹਿਜਾਦੀਆਂ ਵਰਗੀ ਰੂਪਵਤੀ ਸੀ ਤੇ ਨੌਕਰ ਰਾਜੇ ਨੂੰ ਕਹਿਣ ਲੱਗੇ, ਜੇ ਤੂੰ ਮੰਤਰ ਸਿੱਖਣਾ ਚਾਹੁੰਦਾ ਹੈ, ਜਿਸ ਦੀ ਕਿ ਤੂੰ ਟੂੰਡ ਵਿੱਚ ਹੈ, ਤਾਂ ਜਿਵੇਂ ਅਸੀਂ ਕਹੀਏ ਤੇ ਜਿੱਥੇ ਕਹੀਏ ਉੱਥੇ ਚੱਲ। ਜਿਸ ਗੁਰ ਦੀ ਸਿੱਖਿਆ ਹੈ ਕਿ तंत मंत पाखंड ना जाना राम हृदय मन मान्या। ਉਹ ਗੁਰੂ ਇਹ ਰਾਏ ਕਿਵੇਂ ਹੋ ਸਕਦਾ ਹੈ? ਸਿਦਕਵਾਨ ਸਿੱਖ ਇਉਂ ਵਿਚਾਰਨ। ਖੈਰ, ਰਾਏ ਸਾਹਿਬ ਸਾਧੂ ਦਾ ਭੇਸ ਬਣਾ ਕੇ ਰਾਤਰੀ ਦੇ ਸਮੇਂ ਰੂਪ ਕੌਰ ਦੇ ਡੇਰੇ ਤੇ ਪੁੱਜ ਗਏ ਤਾਂ ਇਸੇ ਮਨ ਦੀ ਮੁਰਾਦ ਪੂਰੀ ਹੋਈ ਜਾਣ ਵਸਤਰ ਭੂਖਣ ਸਜਾ ਲਏ ਤੇ ਰਾਏ ਸਾਹਿਬ ਵਾਸਤੇ फूल पान और कैव मंगायो आगे डर टाको तिन लीना। ਪਾਨ ਬਾਬਤ ਦਸਮ ਗੁਰੂ ਦਾ ਰਹਿਤਨਾਮਿਆਂ ਦੁਆਰਾ ਹੁਕਮ ਹੈ ਕਿ ਸਿੱਖ ਹੋਏ ਕਰ ਪਾਨ ਖਾਏ ਸੋ ਵੀ ਤਨ ਖਾਈਆ। ਪਰ ਇਸ ਕਹਾਣੀ ਦੇ ਪਾਤਰ ਨੇ ਅਗਾਹ ਵੱਧ ਕੇ ਆਗੇ ਡਰ ਪਾਨ ਤੇ ਫੀਮ ਮਿਲੀ ਸ਼ਰਾਬ ਫੜ ਕੇ ਛਕ ਲਈ। ਕੈਵ ਛਕਿਆ ਹੋਇਆ ਹੋਵੇ, ਪਾਨ ਦਾ ਬੀੜਾ ਮੂੰਹ ਵਿੱਚ ਹੋਵੇ ਤੇ ਮੰਝ ਪੁਸ਼ਪ ਸੁਸ਼ੋਭਿਤ ਹੋਵੇ ਤਾਂ ਤ੍ਰੀਏ ਇਹੋ ਨਾ ਕਹਿੰਦੀ ਤਾਂ ਹੋਰ ਕੀ ਕਰਦੀ? तपता सोत्री यो कही भोग करो मुँह साथ। ਰਾਏ ਸਾਹਿਬ ਐਵੇਂ ਹੈਰਾਨ ਪਏ ਹੁੰਦੇ ਹਨ ਕਿ मंतर लैन आयो हो तो भई और की और। ਹੁਣ ਅੱਗੋਂ ਰਾਏ ਸਾਹਿਬ ਤੇ ਰੂਪ ਕੌਰ ਵਿਚਕਾਰ ਜੋਗੀ ਤੇ ਸਾਹਿਤੀ ਦੇ ਸਵਾਲ ਜਵਾਬ ਸ਼ੁਰੂ ਹੁੰਦੇ ਹਨ। ਸਵਾਲ, ਕਯੋ ਤੁਹਾਰੋ ਮਨ ਭੋਗ ਤੋ ਸੋ ਨਾ ਕਰਿਓ, ਧਰਮ ਰਾਜ ਕੀ ਸੋਭਾ ਠੋਰ कैसे कर पाऊं? जवाब, कामा दूर है जो त्रिया आवत नर के पास, महानरक सो डरिए दे जो जान निरास। सवाल,
पाए परत मोरो सदा पूज कहत है मोही, तासु रीज रमो चाहत लाज न आवत तोही। जवाब, कृष्ण पूज जग के पए कीनी रास बनाई, भोग राधिका सो करे परे नरक ना जाए। गल की त्रिया रूपी साहिती ने राय रूपी जोगी राजे ਨੂੰ निरुत्तर कर दिता। इਉਂ कह के पंच तत लै ब्रह्म कर कीनी नरकी दे, किया आप ही ਤਿੰਨ ਵਿਖੇ ਇਸਤਰੀ ਪੁਰਖ ਸਨੇ। ਸਤਿਗੁਰੂ ਗੋਬਿੰਦ ਸਿੰਘ ਜਿਨ੍ਹਾਂ ਉਤੇ ਉਕਤੀ ਯੁਕਤੀ ਸੰਵਾਦ ਦੁਆਰਾ ਵਿਜੇ ਪ੍ਰਾਪਤ ਕਰਨ ਦੀ ਸ਼ਕਤੀ ਮ੍ਰਿਤਯੂ ਲੋਕ, ਦੇਵ ਲੋਕ ਤੇ ਪਤਾਲ ਲੋਕ ਵਿੱਚ ਕਿਸੇ ਜੀਵ ਨੂੰ ਨਹੀਂ ਸੀ, ਜਿਨ੍ਹਾਂ ਨੂੰ ਦੁਪਹਿਰ ਤੇ ਸੂਰਜ ਦੇ ਵੱਧ ਤੇਜਮਈ ਕ੍ਰਾਂਤੀ ਵੱਲ ਕੋਈ ਝਾਕ ਨਹੀਂ ਸੀ ਕਰਦਾ, ਦੁਰਨ ਰਿਚ ਦਰਸ਼ਨ ਸਤਿਗੁਰ ਕੇ। ਇਹ ਉਪਰੋਕਤ ਫੋਕੀਆਂ ਗੱਲਾਂ ਰੂਪ ਕੌਰ ਉਹਨਾਂ ਨਾਲ ਕਰ ਰਹੀ ਹੈ। ਬੁੱਧੀਵਾਨਾਂ ਨੂੰ ਇਹ ਵਿਚਾਰ ਕਰਨਾ ਯੋਗ ਹੈ। ਰਾਏ ਸਾਹਿਬ ਨੂੰ ਜੋਕੋ ਤਕਿਆ ਵਿੱਚ ਦੇਖ ਕੇ रूप कौर ने एक और तीर छटिया। आजो हमारे साथ मित्र, रुचि सो रत कराए, ओना तर छाटो टांग तरे अब होए नकरिए। नहीं तां मेरे नाल भोग करो या मान लो कि तुसी नामर्द हो ते मेरी टंग हेठों निकल जाओ। ये चैलेंज सुन के रायचित एह भांत विचारो, रायचित एह भांत विचारो। एहा सिख को ना हमारो, कवन सिख है मोह आन उबारे। ये तो कोई सिख नेड़े नहीं जिहड़ा मैनू बचा लवे कि ये विचार उस गुरु गोबिंद सिंह दे हन जिन्हां बाबत के किया है, जहां संग्राम वार्ता होए शस्त्र पर हारन करे बखान, तह प्रथम गिनती मह सकरे कलगीधर को गिने महान। सरल सुभाष शतालू सिख इਉਂ नहीं विचारते। सिੱਖਿਆ शब्द तो धोखा खा के समझते हैं कि सिख तां गुरु दे ही हुंदे हन। सिੱਖਿਆ शब्द किसी नौकर मुलाजम दे अर्थां विच आया है ਅਤੇ इन्हां ही अर्थां विच ਇਹ ਸਿੱਖਿਆ शब्द अगे जाके भी वरतिया होया है। जिथे कहा है कि रूप कौर ने चोर चोर दा रोला पा के अपने नौकर जगा दिते। चोर चोर कह के उठी, सिखन देओ जगाए। कबियो बाज बेनती चपई, जो कि त्रिया चरित्र दा साहित्यक भाग भी है, विच भी सिख शब्द नौकरा चाकरा दे अर्थ विच ही है। इसे लेखक गुरु साहब ने वरतिया है। सुखी बसे मोरो परिवारा, सेवक सिख सबे करतारा। इत्थे सिख दे अर्थ सिख मत दा धारने नहीं हन, नौकर चाकर नाल रह के सेवा वाले हन। ऐसे अर्थ भेदां बाबत ही किया है कि सुने मूड़ चित लाए चतुरता आवई। जे त्रिया चरित्र वर्गे ग्रंथ साहित्य नूं गौ नाल ना विचारीए तां चतुरता दी थां बुद्धि अते मन विच गिलानी आउंदी है। त्रिया चरित्र दे करता ने इत्थे सिੱਖਿਆ पद बहु भावार्थवाचक भी जाण बुझ के वरतिया है, ਤਾਂ ਜੋ ਇਹ ਕਹਾਣੀ ਆਰੰਭਣ ਵੇਲੇ ਅਨੰਦਪੁਰ ਦਾ ਜ਼ਿਕਰ ਕਰਕੇ ਜਿਹੜਾ ਮਾਇਆ ਜਾਲ ਤਣਿਆ ਸੀ ਉਸ ਨੂੰ ਕੁਝ ਸਹਾਰਾ ਮਿਲੇ। ਕਥਾ ਦੇ ਇਸ ਥਾਂ ਉੱਤੇ ਆ ਕੇ ਇਸ ਸਹਾਰੇ ਦੀ ਲੋੜ ਡਾਢੀ ਵੱਧ ਗਈ ਸੀ, ਕਿਉਂ ਜੋ ਸਰਲ ਤੋਂ ਸਰਲ ਸੁਭਾਅ ਪਾਠਕ ਸਰੋਤਾ ਵੀ ਇੱਥੇ ਆ ਕੇ ਚਿੰਤਨ ਹੋਰਦਾ ਕਿ ਇਹ ਜੰਤਰ ਮੰਤਰ ਲਈ ਪੇਸ ਬਦਲਣ ਵਾਲੀ ਹਸਤੀ, ਹੁੱਕੇ ਸ਼ਰਾਬਾਂ ਪੀਣ ਵਾਲਾ, ਅਵਾਰਾ ਤ੍ਰਿਮਤਾ ਦੇ ਪੰਜੇ ਵਿੱਚ ਫਸ ਜਾਣ ਵਾਲਾ ਰਾਏ ਆਨੰਦਪੁਰਾਧੀਸ਼ ਗੁਰੂ ਨਹੀਂ ਹੋ ਸਕਦਾ। ਪਰ ਕਲਾ ਦੀ ਆਸ਼ਾ ਪੂਰਤੀ ਲਈ ਇਹ ਅਤੀ ਜ਼ਰੂਰੀ ਹੈ ਕਿ ਪਾਠਕ ਸਰੋਤੇ ਕਲਾ ਕਾਵ ਦੇ ਮਾਇਆ ਜਾਲ ਦੀ ਨੀਂਦਰ ਤੋਂ ਅੰਤ ਤੱਕ ਜਾਗਰਿਤ ਤਾਂ ਹੋ ਜਾਣ, ਤਾਂ ਜੋ ਅੰਤ ਨੂੰ ਜਦੋਂ ਉਹਨਾਂ ਦੇ ਮਨ ਦੀ ਅੱਖ ਖੁੱਲੇ ਤਾਂ ਕਲਾ ਦਾ ਅਸਰ ਹੋ ਚੁੱਕਾ ਹੋਵੇ ਤੇ ਕਲਾਕਾਰ ਜੋ ਭਾਵ ਚੇਤਨਤਾ ਤੇ ਮਾਨਸਿਕ ਪਰਿਵਰਤਨ ਪਾਠਕਾਂ ਅੰਦਰ ਉਪਜਾਉਣਾ ਚਾਹੁੰਦਾ ਹੈ ਹੋਂਦ ਵਿੱਚ ਆ ਚੁੱਕੀ ਹੋਵੇ। ਇਸੇ ਨੂੰ ਅਰਸਤੂ ਮਲਨ ਨਵੇਤਰੀ ਕਹਿੰਦਾ ਹੈ, ਜੋ ਕਿ ਹਰ ਉੱਚੀ ਕਲਾ ਦਾ ਅੰਤਿਮ ਨਿਸ਼ਾਨਾ ਹੈ। ਅੰਤ ਵਿੱਚ ਰੂਪ ਕੌਰ ਨੇ ਡਰਾਇਆ ਕਿ ਜੇ ਕਿਵੇਂ ਵੀ ਨਹੀਂ ਮੰਨਦੇ, ਅਬ ਹੀ ਚੋਰ ਚੋਰ ਕਹਿ ਉਠੋ, ਤੈ ਕੋ ਪਕੜ ਮਾਰ ਹੀ ਸੁਟਿਓ।
ਫਿਰ ਚੋਰ ਦਾ ਰੌਲਾ ਪਾ ਕੇ ਆਪਣੇ ਡੇਰੇ ਦੇ ਸਖਿਆਨ ਜਗਾ ਦਿੱਤੇ ਅਤੇ ਰਾਏ ਸਾਹਿਬ ਆਪਣੀ ਜੁੱਤੀ ਧੋਤੀ ਛੱਡ ਕੇ ਨੱਸ ਗਏ। ਇਉਂ 21ਵੇਂ ਚਰਿੱਤਰ ਸਮਾਪਤ ਹੁੰਦਾ ਹੈ। ਹੁਣ 22ਵੇਂ ਚਰਿੱਤਰ ਬਸ ਇਤਨਾ ਹੀ ਹੈ ਕਿ चोर बचन सब ही सुनताए, काटे खड़क राय प्रति आए, आगे पाछे दाहिने केर दसो दिसलीन, लात मुष्ट बाजन लगी सिख्यो पहुँचे आए, भ्रात भ्रात त्रै कह रही कौन ना सकियो छुराए। ਰਾਏ ਆਪ ਦਾ ਰੋਲੇ ਕੋਲੇ ਵਿੱਚ ਬਚ ਕੇ ਨਿਕਲ ਗਿਆ ਤੇ ਰੂਪ ਕੌਰ ਦਾ ਭਾਈ ਲੋਕਾਂ ਨੇ ਚੋਰ ਜਾਣ ਕੇ ਫੜ ਲਿਆ ਤੇ ਮਾਰਿਆ ਕੁੱਟਿਆ, ਅੰਤ ਨੂੰ ਹਵਾਲਾਤੇ ਪਾ ਦਿੱਤਾ। ਇਹ ਤ੍ਰਿਆ ਚਰਿੱਤੇ ਮੰਤਰੀ ਭੂਪ ਸੰਵਾਦੇ 22ਵੇਂ ਚਰਿੱਤਰ ਸਮਾਪਤ ਹੈ। ਦੋ ਗੱਲਾਂ ਉੱਤੇ ਦੱਸ ਕੇ ਆਏ ਹਾਂ ਜਿਨ੍ਹਾਂ ਤੋਂ ਸਧਾਰਨ ਬਿਰਤੀ ਤੇ ਸਾਹਿਤ ਰਚਨਾ ਦੇ ਭੇਦਾਂ ਤੋਂ ਅਣਜਾਣ ਪਾਠਕ ਨੂੰ 21ਵਾਂ 22ਵਾਂ ਚਰਿੱਤਰ ਪੜ੍ਹ ਕੇ ਇਹ ਭੁਲੇਖਾ ਪੈਂਦਾ ਹੈ ਕਿ ਇਹ ਕਹਾਣੀਆਂ ਕਰਤਾ ਦੀਆਂ ਸਵੈ ਜੀਵਨੀਆਂ ਹਨ। ਇੱਕ ਅਨੰਦਪੁਰ ਦਾ ਸਥਾਨਕ ਰੰਗ ਤੇ ਦੂਜਾ ਸਿੱਖ ਹੈ। ਗੁਰੂ ਆਦਿ ਸ਼ਬਦ ਜੋ ਕਿ ਨੌਕਰਾਂ ਚਾਕਰਾਂ ਅਤੇ ਰਾਏ ਸੰਬੋਧਕ ਹਨ। ਇੱਕ ਤੀਜੀ ਗੱਲ ਇਸ 22ਵੇਂ ਚਰਿੱਤਰ ਵਿੱਚ ਹੋਰ ਹੈ ਜਿਸ ਨੇ ਸਾਹਿਤਕ ਮਾਇਆ ਨੂੰ ਹੋਰ ਵੀ ਪਕੇਰਾ ਰੂਪ ਦੇ ਦਿੱਤਾ ਹੈ। ਇਸ 22ਵੇਂ ਚਰਿੱਤਰ ਵਿੱਚ ਰੂਪ ਕੌਰ ਅਤੇ ਰਾਏ ਦੇ ਵਾਕਿਓ ਵਾਕ ਜਾਂ ਸਵਾਲਾਂ ਦੇ ਜਵਾਬ ਦੇ ਰੂਪ ਵਿੱਚ ਉਹ ਗੁਰਵਾਕ ਦਰਜ ਹਨ ਜਿਹੜੇ ਕਿ ਕਿਸੇ ਸ਼ਰਧਾਵਾਨ ਤੇ ਹਿਤਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਹੇਠਲੀਆਂ ਪੌੜੀਆਂ ਦੀ ਉੱਪਰਲੀ ਮਿਹਰਾਬ ਉੱਤੇ ਲਿਖੇ ਹੋਏ ਸਨ ਅਤੇ ਜਿਨ੍ਹਾਂ ਨੂੰ ਚਿਰਕਾਲ ਤੋਂ ਅਨੇਕ ਸਿੱਖ ਯਾਤਰੂ ਹਰ ਰੋਜ਼ ਪੜ੍ਹਦੇ ਸਨ। ਉਹ ਵਾਕ ਹਨ, सुध जब ते हम तरी बचन गुर दिए हमारे, पुत इह परन तोहे प्राण जब लग काट बारे, निज नारी के साथ ने हो तुम नित बड़ा है, पर नारी की सेज भूल सुपने होना चाहे, बाल हमारे पास देश देसन प्रिय आवे, मन बाचत बर मंग जान गुर सीस चुकावै, सिखे पुत्रो प्रिय सुता जाने अपने चित तराए, हो कै सुंदर तह सात गवन कैसे कर कराए। ਇਹ ਚੰਦ ਤ੍ਰਿਆ ਚਰਿੱਤਰ ਨਾਮੀ ਗ੍ਰੰਥ ਦਾ ਨਿਰਸੰਸ਼ੇ ਵਾਸਤਵਿਕ ਹੈ। ਇਹ ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਉਪਰੋਕਤ ਉਪਦੇਸ਼ ਦਿੱਤਾ ਜਿਸ ਨੂੰ ਕਿ ਹਿਤੋਪਦੇਸ਼ ਨਮਿਤ ਤ੍ਰਿਆ ਚਰਿੱਤਰ ਦੇ ਕਰਤਾ ਨੇ 22ਵੇਂ ਚਰਿੱਤਰ ਵਿੱਚ ਗੁੰਦ ਦਿੱਤਾ। ਇਸ ਤੋਂ ਇਹ ਭਾਵ ਕੱਢਣਾ ਕਿ ਕਿਉਂਕਿ ਇਹ ਛੰਦ ਵਾਸਤਵਿਕ ਘਟਨਾ ਆਧਾਰਿਤ ਹੈ ਇਸ ਲਈ 22ਵੇਂ ਚਰਿੱਤਰ ਦੀ ਕਥਾ ਮਨੋਕਲਪਿਤ ਸਾਹਿਤ ਨਹੀਂ ਸਗੋਂ ਇਤਿਹਾਸ ਵਰਣਨ ਹੈ ਜਿਸ ਦੇ ਪਾਤਰ ਕੇ ਤ੍ਰਿਆ ਚਰਿੱਤਰ ਦੇ ਕਰਤਾ ਆਪ ਗੁਰੂ ਗੋਬਿੰਦ ਸਿੰਘ ਜੀ ਹਨ। ਸਾਹਿਤ ਰਚਨਾ ਭੇਦਾਂ ਤੋਂ ਅਗਿਆਨਤਾ ਦਾ ਸੂਚਕ ਹੈ। 8ਵੀਂ ਸਦੀ ਦੀ ਬਗਦਾਦ ਵਿੱਚ ਰਚੀ ਗਈ ਅਰਬੀ ਭਾਸ਼ਾ ਦੀ ਅਲਿਫ ਲੈਲਾ, 11ਵੀਂ ਸਦੀ ਦੀ ਸੰਸਕ੍ਰਿਤ ਦੀ ਪੁਸਤਕ ਕਥਾ ਸਰਿਤ ਸਾਗਰ, 13ਵੀਂ ਸਦੀ ਦੀ ਫਾਰਸੀ ਪ੍ਰਸਿੱਧ ਪੁਸਤਕ ਬੁਸਤਾਨ ਵਿੱਚ ਇਹ ਰਚਨਾ ਭੇਦ ਆਮ ਵਰਤੀ ਗਈ ਹੈ ਜਿੱਥੇ ਕਿ ਕਥਾ ਕਹਾਣੀ ਵਿੱਚ ਆਇਆ ਕੋਈ ਨੁਕਤਾ ਵਿਸਥਾਰ ਕਰਨ ਦੇ ਆਸ਼ੇ ਨਾਲ ਹੋਰਨਾਂ ਕਵੀਆਂ ਦੇ ਕਿਸੇ ਹੋਰ ਪ੍ਰਸੰਗ ਵਰਤਾਏ ਗਏ ਹੋਏ ਕਾਵ ਟੋਟੇ ਕਥਾ ਕਹਾਣੀਆਂ ਦੇ ਪਾਤਰਾਂ ਦੇ ਮੂੰਹ ਵਿੱਚ ਪਾ ਦਿੱਤੇ ਗਏ ਹਨ ਅਤੇ ਇਸ ਨੂੰ ਦੋਸ਼ ਨਹੀਂ ਸਗੋਂ ਕਲਾ ਦਾ ਗੁਣ ਸਮਝਿਆ ਗਿਆ ਹੈ। 18ਵੀਂ ਸਦੀ ਦੀ ਕ੍ਰਿਤ ਹੀਰ ਵਾਰਿਸ ਸ਼ਾਹ ਵਿੱਚ ਕੁਰਾਨ ਸ਼ਰੀਫ ਦੀਆਂ ਟੁੱਕਾਂ ਦੇ ਟੋਟੇ ਇਸੇ ਢੰਗ ਨਾਲ ਆਮ ਵਰਤੇ ਗਏ ਹਨ ਜਿਸ ਤੋਂ ਕਿ ਕਿਸੇ ਨੇ ਇਹ ਭੁੱਲ ਕੇ ਵੀ ਨਹੀਂ ਅਨੁਮਾਨਿਆ ਕਿ ਹੀਰ ਰਾਂਝੇ ਦੀ ਪ੍ਰੇਮ ਕਥਾ ਹਜ਼ਰਤ ਮੁਹੰਮਦ ਸਾਹਿਬ ਜਾਂ ਅੱਲਾ ਦੀ ਸਵੈ ਜੀਵਨੀ ਨਾਲ ਇਤਿਹਾਸਿਕ ਸੰਬੰਧ ਰੱਖਦੀ ਹੈ ਜਿਵੇਂ ਕਿ ਸਰਲ ਸੁਭਾਅ ਸ਼ਰਧਾਵਾਨ ਸਿੱਖ ਜਾਂ ਪ੍ਰੋਫੈਸਰ ਰਾਮ ਪ੍ਰਕਾਸ਼ ਸਿੰਘ ਜੀ ਸਮਝੀ ਫਿਰਦੇ ਹਨ। ਵਾਰਿਸ ਸ਼ਾਹ ਦਾ ਇਹ ਦਾਅਵਾ ਹੈ ਕਿ ਉਸਨੇ ਕੁਰਾਨ ਸ਼ਰੀਫ ਦੀਆਂ ਤੁਕਾਂ ਹੀਰ ਰਾਂਝੇ ਦੀ ਪ੍ਰੇਮ ਵਾਰਤਾ ਵਿੱਚ ਵਰਤ ਕੇ ਉਹਨਾਂ ਤੁਕਾਂ ਦੇ ਪਰਿਆਜ ਲਿਖੇ ਹਨ ਅਤੇ ਤਸ਼ਰੀਹ ਕੀਤੀ ਹੈ। ਇਹ ਕੁਰਾਨ ਸ਼ਰੀਫ ਦੇ ਮਾਇਨੇ ਨੇ ਜਿਹੜੇ ਸ਼ੀਅਰ ਮੀਆਂ ਵਾਰਿਸ ਸ਼ਾਹ ਦੇ ਨੇ। ਇਉਂ ਹੀ ਇਸ ਉਪਰੋਕਤ ਗੁਰਵਾਕ ਛੰਦ ਦੇ ਤ੍ਰਿਆ ਚਰਿੱਤਰ ਦੀ 22ਵੀਂ ਕਹਾਣੀ ਵਿੱਚ ਗੁੰਦੇ ਜਾਣ ਕਾਰਨ
जानना ते समझना उचित है। असां इस लेख विच इहों किया है। पहला, त्रिया चरित्र की ਸਾਹਿਤਕ प्रणाली का पिछोकड़ बहुत प्राचीन ते निरोल भारती है, जिस दियां जड़ां ऋग्वेद विच हन। दूजा, त्रिया चरित्र लौकिक ਸਾਹਿਤ है, गुरबाणी अथवा गुरवाक नहीं है। तीजा, 21ਵੀਂ 22ਵੀਂ ਤੇ 23ਵੀਂ ਸਾਖੀਆਂ ਜਿਨ੍ਹਾਂ ਵਿੱਚ ਜੋ ਕਿ ਰੂਪ ਕੌਰ ਜਾਂ ਰੂਪ ਕੌਰ ਦੀ ਕਹਾਣੀ ਦਿੱਤੀ ਹੋਈ ਹੈ ਉਹ ਸਵੈ ਜੀਵਨੀ ਜਾਂ ਇਤਿਹਾਸ ਆਧਾਰਿਤ ਨਹੀਂ, ਮਨੋਕਲਪਿਤ ਰਚਨਾ ਹੈ। ਸੱਚ ਤਾਂ ਇਹ ਹੈ ਕਿ ਇਹ ਤਿੰਨੋਂ ਕਹਾਣੀਆਂ ਪਿੰਜਰ ਰੂਪ ਵਿੱਚ ਅਰਬੀ ਦੀ 8ਵੀਂ ਸਦੀ ਦੀ ਪੁਸਤਕ ਅਲਫ ਲੈਲਾ ਵਿੱਚ ਮੌਜੂਦ ਹਨ। ਚੌਥਾ, ਅਨੰਦਪੁਰ ਸਿੱਖਿਆ ਗੁਰੂ ਆਦਿ ਵਿਸ਼ੇਸ਼ ਵਰਣਨ ਇਹਨਾਂ ਕਹਾਣੀਆਂ ਵਿੱਚ ਸਥਾਨਕ ਤੇ ਵਾਸਤਵਿਕ ਰੰਗ ਭਰਨ ਲਈ ਕੀਤਾ ਗਿਆ ਹੈ, ਜੋ ਕਿ ਸਾਹਿਤ ਰਚਨਾ ਭੇਦਾਂ ਦੇ ਐਨ ਅਨੁਕੂਲ ਹੈ ਅਤੇ ਉੱਚੀ ਕਲਾ ਦੇ ਉੱਚ ਆਸ਼ਿਆਂ ਦੀ ਪੂਰਤੀ ਲਈ ਕੀਤਾ ਗਿਆ ਹੈ। ਪੰਜਵਾਂ, ਸੁਧ ਜਬ ਤੇ ਹਮਤਰੀ ਛੰਦ ਇਤਿਹਾਸ ਆਧਾਰਿਤ ਹੈ, ਪਰ ਇਸਦੀ ਤ੍ਰਿਆ ਚਰਿੱਤਰ ਦੀਆਂ ਕਹਾਣੀਆਂ ਵਿੱਚ ਗੋਂਦ ਦਾ ਕਦਾਚਿਤ ਇਹ ਭਾਵ ਨਹੀਂ ਨਿਕਲਦਾ ਕਿ ਇਹਨਾਂ ਕਹਾਣੀਆਂ ਦੀ ਕਥਾ ਵਸਤੂ ਇਤਿਹਾਸਿਕ ਹੈ ਅਤੇ ਇਹਨਾਂ ਦਾ ਮੁੱਖ ਪਾਤਰਕਰਤਾ ਆਪ ਹੈ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ 12ਵਾਂ ਅਧਿਆਇ ਕਿੱਸਾ ਰੂਪ ਕੌਰ ਦਾ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ, ਜਲਦੀ ਹੀ ਲੈ ਕੇ ਆਵਾਂਗੇ ਇसी किताब का अगला अध्याय, जिसका नाम है श्री गुरु तेग बहादुर साहिब जी की शहीदी अते नवीन सिखा दी नवी कुचेष्टा। वाहिगुरू जी का खालसा, वाहिगुरू जी की फतेह।